एकता टीवी ਵਿੱਚ ਆਪ ਜੀ ਦਾ ਸਵਾਗਤ ਹੈ। ਜੋ ਤਸਵੀਰਾਂ ਦੇਖ ਰਹੇ ਹੋ ਫਗਵਾੜਾ ਦੇ ਸਵਿਤਰੀ ਬਾਈ ਫੂਲੇ ਅੰਬੇਡਕਰ ਮਹਿਲਾ ਸੰਘ ਟਿਊਸ਼ਨ ਸੈਂਟਰ ਦੀਆਂ ਨੇ, ਜਿੱਥੇ ਅੱਜ ਉਸ ਸੈਂਟਰ ਨੂੰ ਚਲਾਉਣ ਲਈ ਵੱਖ-ਵੱਖ ਸੰਸਥਾ ਦੇ ਆਗੂਆਂ ਵੱਲੋਂ ਵਿੱਤੀ ਸਹਾਇਤਾ ਦਿੱਤੀ ਗਈ। ਆਓ ਕਰਦੇ ਹਾਂ ਉੱਥੇ ਸੰਸਥਾ ਦੇ ਆਗੂਆਂ ਦੇ ਨਾਲ ਗੱਲ। ਜਸਵਿੰਦਰਵਾਲ ਦੀ ਵਿਸ਼ੇਸ਼ ਰਿਪੋर्ट। जय भीम जय भारत नमो बुद्धाय। ਅਸੀਂ ਅੱਜ ਜਿਸ ਪਰਪਸ ਲਈ ਇੱਥੇ ਇਕੱਠੇ ਹੋਏ ਹਾਂ, ਇਹ ਸਾਡਾ ਪਲਾਈ ਗੇਟ ਮੁਹੱਲਾ। ਇੱਥੇ ਸਾਡੀ ਬੇਟੀ ਰੇਨੂ ਬਾਲਾ ਸਵਿਤਰੀ ਫੂਲੇ ਮਹਿਲਾ ਸੰਘ ਟਿਊਸ਼ਨ ਸੈਂਟਰ ਚਲਾਉਂਦੇ ਆ। ਸਾਡੇ ਕੁਝ ਸਹਿਯੋਗੀ ਸੱਜਣਾਂ ਨੇ, NRI ਲੋਕਾਂ ਨੇ ਸਾਡੀ ਬੇਟੀ ਨੂੰ ਹੈਲਪ ਲਈ ਕੁਝ ਭੇਜੀ ਆ, ਤੇ ਅਸੀਂ ਅੱਜ ਆਪਣੀ ਟੀਮ ਮੈਂਬਰ ਜਾਂ ਅਲੱਗ-ਅਲੱਗ ਟੀਮਾਂ ਦੇ ਬੰਦੇ ਜਿਹੜੇ ਸਾਡੇ ਆਏ ਆ, ਉਹ ਅੱਜ ਬੇਟੀ ਨੂੰ ਸਾਡੀ ਨੂੰ ਫਾਈਨੈਂਸ਼ਲੀ ਹੈਲਪ ਦੀ ਲੋੜ ਸੀ, ਤਾਂ ਅਸੀਂ ਇਸ ਨੂੰ ਅੱਜ ਇਹਨੂੰ ਦੇ ਫਾਈਨੈਂਸ਼ਲੀ ਹੈਲਪ ਕਰਨ ਆਏ ਹਾਂ, ਤਾਂ ਕਿ ਇਹਦਾ ਜਜ਼ਬਾ ਬਣਿਆ ਰਹੇ ਔਰ ਅੱਗੇ ਵੀ ਇਹ ਇਸ ਸਕੂਲ ਨੂੰ ਇਸੇ ਤਰ੍ਹਾਂ ਟਿਊਸ਼ਨ ਸੈਂਟਰ ਨੂੰ ਚਲਾਉਂਦੀ ਰਹੇ। ਕਿਉਂਕਿ ਸਾਡੇ ਸਮਾਜ ਵਿੱਚ ਜੋ ਸਾਡੀ ਐਜੂਕੇਸ਼ਨ ਬਹੁਤ ਲੋਸ ਹੁੰਦੀ ਜਾ ਰਹੀ ਹੈ। ਸਾਨੂੰ ਆਉਣ ਵਾਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ, ਜੋ BJP ਸਰਕਾਰ ਆ, ਚਾਹੇ ਕੋਈ ਵੀ ਮਨੁਵਾਦੀ ਸਰਕਾਰ ਆਉਂਦੀ ਆ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਜ਼ੀਰੋ ਕਰੀ ਜਾ ਰਹੀ ਆ। ਸਾਡੇ ਬੱਚਿਆਂ ਦੀ ਮਿਡ ਡੇ ਮੀਲ ਦੇ ਨਾਂ 'ਤੇ ਉਹਨਾਂ ਦੇ ਹੱਥ 'ਚ ਕਟੋਰਾ ਫੜਾ ਦਿੱਤਾ ਆ। ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਬੱਚੇ ਪੜ੍ਹੇ ਲਿਖੇ ਆ, ਜੋ ਫ੍ਰੀ ਐਜੂਕੇਸ਼ਨ ਦਿੰਦੇ ਆ ਜਾਂ ਟਿਊਸ਼ਨ ਸੈਂਟਰ ਚਲਾਉਂਦੇ ਆ ਜਾਂ ਬੱਚਿਆਂ ਨੂੰ ਸਹਿਯੋਗ ਕਰਦੇ ਆ, ਤੇ ਅਸੀਂ ਉਹਨਾਂ ਬੱਚਿਆਂ ਦਾ ਹੌਸਲਾ ਅੱਗੇ ਵਧਾਈਏ, ਤਾਂ ਕਿ ਸਾਡੇ ਸਮਾਜ ਦੀ ਆਉਣ ਵਾਲੀ ਜਨਰੇਸ਼ਨ ਨੂੰ ਉਹ ਸਿੱਖਿਆ ਦੇਣ ਔਰ ਆਉਣ ਵਾਲੇ ਬੱਚੇ ਸਾਡੇ ਆਪਣੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਸਮਝਣ ਔਰ ਆਪਣੀ ਲਾਈਫ ਵਿੱਚ ਜੋ ਉਹਨਾਂ ਦੀ ਐਜੂਕੇਸ਼ਨ ਉਹਨਾਂ ਲਾਈਫ ਜ਼ਰੂਰੀ ਆ ਉਹ ਵੀ ਪੜ੍ਹਨ। ਤੇ ਅਸੀਂ ਇਸ ਕਰਕੇ ਅਸੀਂ ਆਪਣੀ ਬੇਟੀ ਨੂੰ, ਰੇਨੂ ਸੁਮਨ ਨੂੰ ਸਹਿਯੋਗ ਕਰਨ ਆਏ ਹਾਂ, ਤਾਂ ਕਿ ਇਹ ਆਪਣੇ ਸਮਾਜ ਵਿੱਚ ਵੱਧ ਚੜ੍ਹ ਕੇ ਇਹ ਆਪਣੇ ਸਾਡੇ ਸਮਾਜ ਦੀ ਸੇਵਾ ਕਰੇ। ਆਪਣੇ ਬੱਚਿਆਂ ਦੇ ਹੌਸਲਾ ਅਫਜ਼ਾਈ ਕਰਦੇ ਹੋਏ ਅਸੀਂ ਸਾਡੇ ਨਾਲ ਪ੍ਰਿਆ ਬੰਗਾ ਜੀ ਆਏ ਹੋਏ ਨੇ। ਇਹ ਸਾਡੇ ਵੀਰ ਬਿੱਟਾ ਭਾਜੀ ਆ, ਜੋ ਸਾਡੇ ਇਸ ਸੰਸਥਾ ਨੂੰ ਚਲਾਉਣ ਵਾਲੇ ਹੈਗੇ ਆ, ਤੇ ਇਹਨਾਂ ਦੀ ਟੀਮ ਮੈਂਬਰ ਨੇ। ਤੇ ਅਸੀਂ ਸਾਰੇ ਅਲੱਗ-ਅਲੱਗ ਟੀਮ ਮੈਂਬਰ ਜਿਹੜੇ ਆ ਸਾਡੇ, ਜਿਨ੍ਹਾਂ ਸਾਥੀਆਂ ਨੇ ਸਾਨੂੰ ਸਹਿਯੋਗ ਭੇਜਿਆ, ਅਸੀਂ ਅੱਜ ਬੇਟੀ ਨੂੰ ਇਹ ਸਹਿਯੋਗ ਕਰਨ ਆਏ ਹਾਂ। ਜੈ ਭੀਮ ਜੈ ਭਾਰਤ। ਜੈ ਭੀਮ ਜੈ ਭਾਰਤ ਨਮੋ ਬੁੱਧਾਏ। ਅਸੀਂ ਅੱਜ ਜਿਸ ਪਰਪਸ ਲਈ ਇੱਥੇ ਇਕੱਠੇ ਹੋਏ ਹਾਂ, ਇਹ ਸਾਡਾ ਪਲਾਈ ਗੇਟ ਮੁਹੱਲਾ। ਇੱਥੇ ਸਾਡੀ ਬੇਟੀ ਰੇਨੂ ਬਾਲਾ ਸਵਿਤਰੀ ਫੂਲੇ ਮਹਿਲਾ ਸੰਘ ਟਿਊਸ਼ਨ ਸੈਂਟਰ ਚਲਾਉਂਦੇ ਆ। ਸਾਡੇ ਕੁਝ ਸਹਿਯੋਗੀ ਸੱਜਣਾਂ ਨੇ, NRI ਲੋਕਾਂ ਨੇ ਸਾਡੀ ਬੇਟੀ ਨੂੰ ਹੈਲਪ ਲਈ ਕੁਝ ਭੇਜੀ ਆ, ਤੇ ਅਸੀਂ ਅੱਜ ਆਪਣੀ ਟੀਮ ਮੈਂਬਰ ਜਾਂ ਅਲੱਗ-ਅਲੱਗ ਟੀਮਾਂ ਦੇ ਬੰਦੇ ਜਿਹੜੇ ਸਾਡੇ ਆਏ ਆ, ਉਹ ਅੱਜ ਬੇਟੀ ਨੂੰ ਸਾਡੀ ਨੂੰ ਫਾਈਨੈਂਸ਼ਲੀ ਹੈਲਪ ਦੀ ਲੋੜ ਸੀ, ਤਾਂ ਅਸੀਂ ਇਸ ਨੂੰ ਅੱਜ ਇਹਨੂੰ ਦੇ ਫਾਈਨੈਂਸ਼ਲੀ ਹੈਲਪ ਕਰਨ ਆਏ ਹਾਂ, ਤਾਂ ਕਿ ਇਹਦਾ ਜਜ਼ਬਾ ਬਣਿਆ ਰਹੇ ਔਰ ਅੱਗੇ ਵੀ ਇਹ ਇਸ ਸਕੂਲ ਨੂੰ ਇਸੇ ਤਰ੍ਹਾਂ ਟਿਊਸ਼ਨ ਸੈਂਟਰ ਨੂੰ ਚਲਾਉਂਦੀ ਰਹੇ। ਕਿਉਂਕਿ ਸਾਡੇ ਸਮਾਜ ਵਿੱਚ ਜੋ ਸਾਡੀ ਐਜੂਕੇਸ਼ਨ ਬਹੁਤ ਲੋਸ ਹੁੰਦੀ ਜਾ ਰਹੀ ਹੈ। ਸਾਨੂੰ ਆਉਣ ਵਾਲੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ, ਜੋ BJP ਸਰਕਾਰ ਆ, ਚਾਹੇ ਕੋਈ ਵੀ ਮਨੁਵਾਦੀ ਸਰਕਾਰ ਆਉਂਦੀ ਆ, ਸਾਡੇ ਬੱਚਿਆਂ ਨੂੰ ਐਜੂਕੇਸ਼ਨ ਜ਼ੀਰੋ ਕਰੀ ਜਾ ਰਹੀ ਆ। ਸਾਡੇ ਬੱਚਿਆਂ ਦੀ ਮਿਡ ਡੇ ਮੀਲ ਦੇ ਨਾਂ 'ਤੇ ਉਹਨਾਂ ਦੇ ਹੱਥ 'ਚ ਕਟੋਰਾ ਫੜਾ ਦਿੱਤਾ ਆ। ਅਸੀਂ ਚਾਹੁੰਦੇ ਹਾਂ ਕਿ ਜੋ ਸਾਡੇ ਬੱਚੇ ਪੜ੍ਹੇ ਲਿਖੇ ਆ, ਜੋ ਫ੍ਰੀ ਐਜੂਕੇਸ਼ਨ ਦਿੰਦੇ ਆ ਜਾਂ ਟਿਊਸ਼ਨ ਸੈਂਟਰ ਚਲਾਉਂਦੇ ਆ ਜਾਂ ਬੱਚਿਆਂ ਨੂੰ ਸਹਿਯੋਗ ਕਰਦੇ ਆ, ਤੇ ਅਸੀਂ ਉਹਨਾਂ ਬੱਚਿਆਂ ਦਾ ਹੌਸਲਾ ਅੱਗੇ ਵਧਾਈਏ, ਤਾਂ ਕਿ ਸਾਡੇ ਸਮਾਜ ਦੀ ਆਉਣ ਵਾਲੀ ਜਨਰੇਸ਼ਨ ਨੂੰ ਉਹ ਸਿੱਖਿਆ ਦੇਣ ਔਰ ਆਉਣ ਵਾਲੇ ਬੱਚੇ ਸਾਡੇ ਆਪਣੇ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਸਮਝਣ ਔਰ ਆਪਣੀ ਲਾਈਫ ਵਿੱਚ ਜੋ ਉਹਨਾਂ ਦੀ ਐਜੂਕੇਸ਼ਨ ਉਹਨਾਂ ਲਾਈਫ ਜ਼ਰੂਰੀ ਆ ਉਹ ਵੀ ਪੜ੍ਹਨ। ਤੇ ਅਸੀਂ ਇਸ ਕਰਕੇ ਅਸੀਂ ਆਪਣੀ ਬੇਟੀ ਨੂੰ, ਰੇਨੂ ਸੁਮਨ ਨੂੰ ਸਹਿਯੋਗ ਕਰਨ ਆਏ ਹਾਂ, ਤਾਂ ਕਿ ਇਹ ਆਪਣੇ ਸਮਾਜ ਵਿੱਚ ਵੱਧ ਚੜ੍ਹ ਕੇ ਇਹ ਆਪਣੇ ਸਾਡੇ ਸਮਾਜ ਦੀ ਸੇਵਾ ਕਰੇ। ਆਪਣੇ ਬੱਚਿਆਂ ਦੇ ਹੌਸਲਾ ਅਫਜ਼ਾਈ ਕਰਦੇ ਹੋਏ ਅਸੀਂ ਸਾਡੇ ਨਾਲ ਪ੍ਰਿਆ ਬੰਗਾ ਜੀ ਆਏ ਹੋਏ ਨੇ। ਇਹ ਸਾਡੇ ਵੀਰ ਬਿੱਟਾ ਭਾਜੀ ਆ, ਜੋ ਸਾਡੇ ਇਸ ਸੰਸਥਾ ਨੂੰ ਚਲਾਉਣ ਵਾਲੇ ਹੈਗੇ ਆ, ਤੇ ਇਹਨਾਂ ਦੀ ਟੀਮ ਮੈਂਬਰ ਨੇ। ਤੇ ਅਸੀਂ ਸਾਰੇ ਅਲੱਗ-ਅਲੱਗ ਟੀਮ ਮੈਂਬਰ ਜਿਹੜੇ ਆ ਸਾਡੇ, ਜਿਨ੍ਹਾਂ ਸਾਥੀਆਂ ਨੇ ਸਾਨੂੰ ਸਹਿਯੋਗ ਭੇਜਿਆ, ਅਸੀਂ ਅੱਜ ਬੇਟੀ ਨੂੰ ਇਹ ਸਹਿਯੋਗ ਕਰਨ ਆਏ ਹਾਂ। ਜੈ ਭੀਮ ਜੈ ਭਾਰਤ। ਸਾਡੀ ਬੇਟੀ ਕੁਝ ਬੋਲਣਾ ਚਾਹੁੰਦੀ ਹੈ। ਹਾਂਜੀ। जय भीम जय भारत। मेरा नाम रेनू सुमन, सवित्री बाई फुले अंबेडकर मेला संघ असी ट्यूशन शुरू किया। अफकोर्स मैनू 11-12 साल इस लाइन दे विच हो गए ट्यूशन करवांदी नूं, ते मैं मतलब इस जेस मैं ट्यूशन फ्री शुरू की ताकि मैनू इन्ने साल ट्यूशन करवा के पता लगा कि बच्चों की लोड़ की है। बच्चे पढ़ना चाहते, साडे समाज के मिशनरी काम तो बहुत कर रहे हैं, बस स्टडी नूं पैर नहीं दे रहे। बाबा साहब जी का एक सुपना सी कि मेरा समाज एक पढ़िया लिखिया वर्ग होवे, पर वो सुपना कोई पूरा नहीं कर रहा। मैं जिन्हां हालातां दे विच पढ़ी हाँ, 2014-15 दे विच स्टडी की कॉलेज दे विच,
ਮੈਂ ਫ੍ਰੀ ਆਫ ਕੋਸਟ ਸਟੱਡੀ ਕੀਤੀ, ਇੱਕ ਵੀ ਮਤਲਬ 10 ਰੁਪਏ ਨਹੀਂ ਕਾਲਜ ਵਿੱਚ ਦਿੱਤੇ। ਮੈਂ ਫ੍ਰੀ ਆਫ ਕੋਸਟ 340 ਸਟੂਡੈਂਟ ਦੀ ਫੀਸ ਵੀ ਮਾਫ ਕਰਵਾਈ ਆ। ਬਹੁਤ ਸਟਰਗਲ ਕੀਤਾ ਲਾਈਫ ਵਿੱਚ, ਤੇ ਮੈਂ ਚਾਹੁੰਦੀ ਸੀ ਜਦ ਮੈਂ ਪੜ੍ਹਾ ਰਹੀ ਹਾਂ ਤੇ ਮੇਰੇ ਬੱਚੇ ਜਿਹੜੇ ਇਹ ਵੀ ਇੱਦਾਂ ਹੀ ਮੈਂ ਇਹਨਾਂ ਨੂੰ ਪੜ੍ਹਾਵਾਂ ਕਿ ਮੇਰੇ ਬੱਚੇ ਕੁਝ ਪੜ੍ਹ ਲਿਖ ਜਾਣ। ਮੈਂ ਸਭ ਤੋਂ ਮਿਸ਼ਨਰੀ ਸਾਥੀਆਂ ਦੀ ਹੈਲਪ ਲਈ, ਉਹਨਾਂ ਨੇ ਮੇਰੀ ਹੈਲਪ ਕੀਤੀ ਜਿਨ੍ਹਾਂ ਦੇ ਸਹਿਯੋਗ ਨਾਲ ਮੈਂ ਟਿਊਸ਼ਨ ਓਪਨਿੰਗ ਕੀਤੀ ਫ੍ਰੀ, ਤੇ ਮੈਂ ਬੁੱਕਸ ਤੇ ਮਤਲਬ ਬੁੱਕਸ ਵੀ ਫ੍ਰੀ ਦੇ ਰਹੀ ਹਾਂ ਤੇ ਟਿਊਸ਼ਨ ਵੀ ਫ੍ਰੀ ਕਰਵਾ ਰਹੀ ਹਾਂ। ਮੇਰਾ ਇਹ ਫਰਜ਼ ਹੈ ਤਾਂ ਕਿ ਮੇਰੇ ਸਮਾਜ ਦੇ ਜਿਹੜੇ ਬੱਚੇ ਆ ਕੁਝ ਬਣ ਜਾਣ, ਕੋਈ ਵਕੀਲ, ਕੋਈ ਜੋ ਬਾਬਾ ਸਾਹਿਬ ਜੀ ਦਾ ਸੁਪਨਾ ਸੀਗਾ। ਪਰ ਬਾਬਾ ਸਾਹਿਬ ਜੀ ਦਾ ਸੁਪਨਾ ਪੂਰਾ ਕੋਈ ਨਹੀਂ ਕਰ ਰਿਹਾ। ਮੇਰੀ ਸਭ ਨੂੰ ਇਹੀ ਅਪੀਲ ਆ ਕਿ ਮਿਸ਼ਨਰੀ ਸਾਥੀਆਂ ਨੂੰ, ਤੁਸੀਂ ਬਾਕੀ ਕੰਮ ਸਾਰੇ ਕਰ ਰਹੇ ਆ, ਬਸ ਸਟੱਡੀ ਨੂੰ ਲੈ ਕੇ ਪਲੀਜ਼ ਰਿਕਵੈਸਟ ਆ ਤੁਸੀਂ ਉਹਨੂੰ ਪਹਿਲ ਦਿਓ। ਜਿੱਥੇ ਵੀ ਟਿਊਸ਼ਨ ਚੱਲ ਰਹੇ ਆ, ਮੇਰੇ ਵਰਗੀਆਂ ਲੜਕੀਆਂ ਜਿਹੜੀਆਂ ਇਹ ਉਪਰਾਲੇ ਕਰ ਰਹੀਆਂ ਵਾ, ਉਹਨਾਂ ਤੇ ਕੋਈ ਵੀ ਬਲੇਮ ਨਾ ਕਰੋ, ਉਹਨਾਂ ਨੂੰ ਕੋਈ ਵੀ ਕੁਐਸਚਨ ਨਾ ਪੁੱਟ ਕਰੋ, ਕਿਉਂਕਿ ਜਦੋਂ ਕਿਸੇ ਟੀਚਰ ਨੂੰ ਆਪਾਂ ਕੁਐਸਚਨ ਪੁੱਟ ਕਰਦੇ ਆ ਨਾ, ਟੀਚਰ ਨੂੰ ਨਹੀਂ ਆਪਾਂ ਕੁਐਸਚਨ ਪੁੱਟ ਕਰਦੇ ਹੁੰਦੇ ਆ, ਆਪਾਂ ਟੀਚਰ ਤੇ ਸਵਾਲ ਕਰਦੇ ਹੁੰਦੇ ਆ। ਦੱਸੋ, ਦੇਖੋ ਜਿਹੜਾ ਟੀਚਰ ਆ ਉਹ ਟੀਚਰ ਬੱਚਿਆਂ ਨੂੰ ਪੜ੍ਹਾ ਰਿਹਾ, ਬੱਚਿਆਂ ਦਾ ਫਿਊਚਰ ਬਣਾ ਰਿਹਾ ਵਾ, ਠੀਕ ਆ ਨਾ, ਉਹਨਾਂ ਦਾ ਸੁਨਹਿਰੀ ਭਵਿੱਖ ਬਣਾ ਰਿਹਾ। ਆਪਾਂ ਉਹ ਟੀਚਰ ਨੂੰ ਸਵਾਲ ਕਰ ਰਹੇ ਆ। ਦੇਖੋ ਇੱਕ ਟੀਚਰ 200-300 ਸਟੂਡੈਂਟ ਵੀ ਪੜ੍ਹਾ ਕੇ ਦਿਖਾ ਸਕਦਾ ਵਾ, ਉਹ ਟੀਚਰ ਨੂੰ ਕਦੀ ਸਵਾਲ ਨਾ ਕਰੋ। ਜੇਕਰ ਉਹ ਕੋਈ ਮਦਦ ਦੀ ਅਪੀਲ ਕਿਸੇ ਤੋਂ ਕਰ ਰਿਹਾ ਵਾ, ਸੋਚੋ ਕਿ ਉਹ ਵਧੀਆ ਕੰਮ ਕਰ ਰਿਹਾ ਵਾ, ਕਿਉਂਕਿ ਸਟੱਡੀ ਨੂੰ ਪਲੀਜ਼ ਪਹਿਲ ਦਿਓ ਜਿੰਨਾ ਵੀ ਹੋ ਸਕਦਾ ਕਿ ਸਾਡੇ ਬੱਚੇ ਪੜ੍ਹ ਲਿਖ ਜਾਣ, ਕਿਉਂਕਿ ਸਾਡੇ ਸਮਾਜ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ। ਸਮਾਜ ਸਾਡਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਕਿਉਂਕਿ ਸਾਡੇ ਸਮਾਜ ਦੇ ਬੱਚਿਆਂ ਨੂੰ ਕੁਝ ਸਮਝ ਨਹੀਂ ਹੈਗੀ, ਉਹ ਪੜ੍ਹ ਲਿਖ ਨਹੀਂ ਰਹੇ ਤੇ ਉਹਨਾਂ ਦਾ ਜਿਹੜੇ ਸਾਡੇ ਦੂਜੀ ਕਾਸਟ ਦੇ ਲੋਕ ਆ ਗਲਤ ਫਾਇਦਾ ਉਠਾ ਰਹੇ ਆ। ਮੈਂ ਇਸ ਟਾਈਮ ਇਸ ਟਿਊਸ਼ਨ ਤੇ ਹਰ ਕਾਸਟ ਦਾ ਬੱਚਾ ਪੜ੍ਹਾ ਰਹੀ ਹਾਂ। ਜਿਹੜੀ ਦੂਸਰੀ ਕਾਸਟ ਦੇ ਬੱਚੇ ਆ ਉਹਨਾਂ ਨੂੰ ਮੈਂ ਜੈ ਭੀਮ ਬੋਲਣਾ ਸਿਖਾ ਦਿੱਤਾ ਵਾ, ਉਹਨਾਂ ਨੂੰ ਮੈਂ ਆਪਣੇ ਰਹਿਬਰਾਂ ਬਾਰੇ ਦੱਸਦੀ ਆ। ਮੇਰੀ ਸਭ ਨੂੰ ਇਹੀ ਅਪੀਲ ਆ ਕਿ ਸਾਡੇ ਜਿਹੜੇ ਮਿਸ਼ਨਰੀ ਇਸ ਟਾਈਮ ਪ੍ਰੈਜ਼ੈਂਟ ਵੀ ਆ, ਚਾਹੇ ਕੋਈ ਦੂਰ ਦਾ ਕੋਈ ਨੇੜੇ ਦਾ ਵਾ, ਜਦੋਂ ਮੈਂ ਟਿਊਸ਼ਨ ਪੜ੍ਹਾਉਂਦੀ ਹੁੰਦੀ ਮੰਥ ਵਿੱਚ ਕੋਈ ਨਾ ਕੋਈ ਆਇਆ ਕਰੇ ਮਿਸ਼ਨਰੀ, 15-20 ਮਿੰਟ ਆਪਣੇ ਟਿਊਸ਼ਨ ਤੇ ਦਵੇ, ਕਿਸੇ ਵੀ ਰਹਿਬਰ ਬਾਰੇ ਜਾਣਕਾਰੀ ਦਵੇ, ਤਾਂ ਕਿ ਬੱਚਿਆਂ ਨੂੰ ਸਟੱਡੀ ਦੇ ਨਾਲ ਨਾਲ ਰਹਿਬਰਾਂ ਦਾ ਵੀ ਪਤਾ ਲੱਗੇ। ਮੈਂ ਆਪਣੇ ਬੱਚਿਆਂ ਨੂੰ ਕੋਰੀਓਗ੍ਰਾਫੀ ਕਰਵਾਉਂਦੀ ਆ, ਬਹੁਤ ਮਿਹਨਤ ਕਰਵਾਉਂਦੀ ਆ। ਮੈਂ 3 ਵਜੇ ਟਿਊਸ਼ਨ ਸ਼ੁਰੂ ਕਰਦੀ, ਮੇਰੀ ਟਿਊਸ਼ਨ 9 ਵਜੇ ਤੱਕ ਚੱਲਦੀ ਆ। ਮਾਰਨਿੰਗ ਮੈਂ 5 ਵਜੇ ਵੀ ਬੈਚ ਲਗਾਉਂਦੀ ਆ। ਬਿੱਟੇ ਭਾਜੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਸਪੋਰਟ ਕੀਤੀ, ਇਹਨਾਂ ਦੀ ਸਪੋਰਟ ਨਾਲ ਮੈਂ ਅੱਜ ਇੱਥੇ ਟੀਚਰ ਬਣ ਕੇ ਖੜੀ ਆ, ਕਿਉਂਕਿ ਇਹ ਮੇਰਾ ਸੁਪਨਾ 10th ਕਲਾਸ ਤੋਂ ਸੀ ਕਿ ਮੈਂ ਇੱਕ ਟੀਚਰ ਬਣਾ। ਅੱਜ ਹਜੇ ਵੀ ਮੈਂ ਆਪਣੇ ਆਪ ਨੂੰ ਕਾਬਲ ਟੀਚਰ ਨਹੀਂ ਕਹੂੰਗੀ, ਮੈਂ ਉਸ ਦਿਨ ਕਹੂੰਗੀ ਜਦੋਂ ਸਾਡੇ ਸਮਾਜ ਦੇ ਜਿਹੜੇ ਮਿਸ਼ਨਰੀ ਆ ਉਹ ਪੜ੍ਹ ਲਿਖ ਜਾਣਗੇ, ਕਿਉਂਕਿ ਸਾਡੇ ਸਮਾਜ ਦੇ ਮਿਸ਼ਨਰੀ ਪੜ੍ਹੇ ਲਿਖੇ ਹੋ ਕੇ ਵੀ ਅਨਪੜ੍ਹ ਖੜੇ ਆ। ਇਸ ਲਈ ਮੈਂ ਉਹਨਾਂ ਨੂੰ ਵੀ ਇਹ ਸਿੱਖਿਆ ਦੇ ਰਹੀ ਹਾਂ। ਮੈਂ ਉਹਨਾਂ ਤੋਂ ਬਹੁਤ ਛੋਟੀ ਆ। ਮੇਰੀ ਅਪੀਲ ਆ ਪਲੀਜ਼ ਤੁਸੀਂ ਟੀਚਰ ਨੂੰ ਕਦੇ ਵੀ ਕੋਈ ਕੁਐਸਚਨ ਨਾ ਪੁੱਟ ਕਰੋ। ਉਹ ਹੈਲਪ ਲਈ ਕੋਈ ਵੀ ਟੀਚਰ ਕਿਸੇ ਵੀ ਟਿਊਸ਼ਨ ਸੈਂਟਰ ਤੇ ਅਪੀਲ ਕਰ ਰਿਹਾ ਵਾ ਫ੍ਰੀ ਦੀ, ਉਹਦੀ ਪਲੀਜ਼ ਹੈਲਪ ਕਰੋ ਜਿੰਨੀ ਹੋ ਸਕਦੀ। ਤੁਸੀਂ ਪੈਸਿਆਂ ਦੀ ਨਹੀਂ ਹੈਲਪ ਕਰ ਸਕਦੇ, ਤੁਸੀਂ ਉਹਨੂੰ ਗਾਈਡਨੈਸ ਦਿਓ, ਉਹਨੂੰ ਹੌਸਲਾ ਹੀ ਦੇ ਦਿਓ ਆ ਕੇ, ਕਿਉਂਕਿ ਟੀਚਰ 'ਚ ਇੰਨਾ ਮਾਈਂਡ, ਇੰਨਾ ਫਰੈਸ਼ ਮਾਈਂਡ ਹੁੰਦਾ ਨਾ, ਟੀਚਰ ਫ੍ਰੀ ਵੀ ਬਿਨਾਂ ਬੁੱਕਸ ਤੋਂ ਪੜ੍ਹਾ ਕੇ ਦਿਖਾ ਸਕਦਾ। ਮੈਂ ਕੋਈ ਵੀ ਮੇਰੀ ਕੋਈ ਵੀ ਕਲਾਸ ਦਾ ਸਟੂਡੈਂਟ ਪ੍ਰੈਜ਼ੈਂਟ ਕਰ ਦੋ, ਉਹਨੂੰ ਮੈਂ ਬਿਨਾਂ ਬੁੱਕਸ ਤੋਂ ਪੜ੍ਹਾ ਦੂੰਗੀ। ਇੰਨਾ ਕੁ ਮੈਂ ਆਪਣਾ ਐਕਸਪੀਰੀਅੰਸ ਬਣਾ ਚੁੱਕੀ ਹਾਂ। ਜੈ ਭੀਮ ਜੈ ਭਾਰਤ। ਹਾਂਜੀ, ਮੈਂ ਕੈਪਟਨ ਹਰਜੀਤ ਰਾਮ, ਪਿੰਡ ਕੋਟਕਲਾਂ। ਅੱਜ ਅਸੀਂ ਭਾਈ ਗੇਟ ਰੇਨੂ ਮੈਡਮ ਦੇ ਘਰ ਪਹੁੰਚੇ ਹਾਂ, ਜੋ ਕਿ ਆਪਣੇ ਸਮਾਜ ਦੇ ਬੱਚਿਆਂ ਨੂੰ, ਆਪਣੇ ਸਮਾਜ ਦੇ ਨਹੀਂ ਸਾਰੇ ਛੋਟੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੇ ਆ ਫ੍ਰੀ ਆਫ ਕਾਸਟ। ਇਹ ਇੱਕ ਇਸ ਬੱਚੇ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਆਪਣਾ ਟਾਈਮ ਕੱਢ ਕੇ ਬੱਚਿਆਂ ਨੂੰ ਫ੍ਰੀ ਆਫ ਕਾਸਟ ਬੱਚਿਆਂ ਨੂੰ ਐਜੂਕੇਸ਼ਨ ਦੇ ਰਹੇ ਆ। ਇਹ ਬੱਚਿਆਂ ਨੂੰ ਐਜੂਕੇਸ਼ਨ ਨਹੀਂ ਦੇ ਰਿਹਾ, ਸਾਡੇ ਸਮਾਜ ਦੀਆਂ ਜਿਹੜੀਆਂ ਜੜ੍ਹਾਂ ਹੈ, ਜਿਹੜੀਆਂ ਨੀਹਾਂ, ਉਹਨਾਂ ਨੂੰ ਪੱਕਾ ਕਰ ਰਹੇ। ਕਿਉਂਕਿ ਸਾਡੇ ਬੱਚੇ ਜਿਹੜੇ ਕਹਿੰਦੇ ਨੇ ਕਿ ਦੇਸ਼ ਦੇ ਬੱਚੇ ਜੋ ਹੈ ਆਉਣ ਵਾਲਾ ਉਹ ਦੇਸ਼ ਦਾ ਭਵਿੱਖ ਹੁੰਦੇ ਨੇ। ਜੇਕਰ ਅੱਜ ਸਾਡੇ ਦੇਸ਼ ਦੇ ਬੱਚੇ, ਇਹ ਛੋਟੇ ਬੱਚੇ, ਸਾਡੇ ਸਮਾਜ ਦੇ ਗਰੀਬ ਸਮਾਜ ਦੇ ਬੱਚੇ ਪੜ੍ਹ ਲਿਖ ਜਾਣਗੇ, ਕੱਲ੍ਹ ਨੂੰ ਇਹੀ ਬੱਚੇ ਜਾ ਕੇ ਉੱਠ ਕੇ ਆਪਣੇ ਸਮਾਜ ਦੀ ਬਾਗਡੋਰ ਸੰਭਾਲਣਗੇ। ਸੋ ਇਸ ਬੱਚੀ ਦਾ ਬਹੁਤ ਬਹੁਤ ਧੰਨਵਾਦ ਹੈ। ਅਸੀਂ ਇਸ ਬੱਚੀ ਨੂੰ ਪੂਰਾ ਸਹਿਯੋਗ ਕਰਦੇ ਹਾਂ ਔਰ ਇਸ ਬੱਚੀ ਦੇ ਬਹੁਤ ਸ਼ਾਬਾਸ਼ ਦਿੰਦੇ ਹਾਂ, ਕਿਉਂਕਿ ਇਹ ਬੱਚੀ ਆਪਣਾ ਟਾਈਮ ਕੱਢ ਕੇ ਫ੍ਰੀ ਆਫ ਕਾਸਟ ਬਗੈਰ ਕਿਸੇ ਮਤਲਬ ਆਪਣੇ ਸਵਾਰਥ ਤੋਂ ਇਹ ਬੱਚਿਆਂ ਨੂੰ ਟਾਈਮ ਕੱਢ ਕੇ ਦਿੰਦੀ ਹੈ, ਐਜੂਕੇਸ਼ਨ ਦਿੰਦੀ ਹੈ। ਦੂਸਰਾ, ਯੂਈ ਸਭਾ ਦੇ ਮੈਂਬਰ ਸ਼੍ਰੀਮਾਨ ਨਿਰਮਲ ਸਿੰਘ ਜੀ, ਯੂਈ ਸਭਾ ਵਾਲੇ, ਉਹਨਾਂ ਨੇ ਇਸ ਬੱਚੀ ਦਾ ਹੌਸਲਾ ਅਫਜ਼ਾਈ ਵਾਸਤੇ 10,000 ਰੁਪਇਆ ਮਾਲੀ ਮਦਦ ਭੇਜੀ ਆ। ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਉਹ ਪਹਿਲਾਂ ਵੀ ਬੱਚਿਆਂ ਦੀ ਬਹੁਤ ਮਦਦ ਕਰਦੇ ਆ ਤੇ ਹੁਣ ਵੀ ਉਹਨਾਂ ਦੀ ਮਦਦ ਕੀਤੀ ਹੈ। ਸੋ ਮੈਂ ਇਸ ਬੱਚੀ ਨੂੰ ਆਸ਼ਵਾਸਨ ਦਿੰਦਾ ਕਿ ਤੁਸੀਂ ਡੋਲਣਾ ਨਹੀਂ, ਅਸੀਂ ਤੁਹਾਡੇ ਨਾਲ ਖੜੇ ਹਾਂ। ਜਿੰਨੇ ਜੋਗੇ ਵੀ ਹੈਗੇ ਆ, ਅਸੀਂ ਤੁਹਾਡੀ ਮਦਦ ਕਰਾਂਗੇ, ਹੈਲਪ ਕਰਾਂਗੇ। ਔਰ ਆਉਣ ਵਾਲੇ ਸਮੇਂ ਵਿੱਚ ਇਸ ਹਫ਼ਤੇ ਸਾਡੇ ਪਿੰਡ ਵਿੱਚ ਥੋੜ੍ਹਾ ਜਿਹਾ ਜੋ ਬੱਚਿਆਂ ਦਾ ਸੀਗਾ ਆਉਣਾ ਸੀ ਨਾਲ, ਮੇਰੇ ਇੱਕ ਹਾਦਸਾ ਜਿਹਾ ਹੋ ਗਿਆ ਜਿਸ ਕਰਕੇ ਮੇਰੇ ਨਾਲ ਸਾਥੀ ਨਹੀਂ ਆ ਸਕੇ। ਅਸੀਂ ਇਸੇ ਹਫ਼ਤੇ ਆ ਕੇ ਦੁਬਾਰਾ ਫਿਰ ਤੁਹਾਡਾ ਹੌਸਲਾ ਅਫਜ਼ਾਈ ਕਰਕੇ ਜਾਵਾਂਗੇ।
ਸੋ ਉਹਨਾਂ ਭਾਜੀ ਵੱਲੋਂ ਆਪ ਜੀ ਨੂੰ ਇਹ ਮਾਲੀ ਸਹਾਇਤਾ ਜੋ ਹੈ 10,000 ਰੁਪਇਆ ਭੇਟ ਕੀਤੀ ਜਾਂਦੀ ਹੈ। ਜੈ ਭੀਮ ਜੈ ਭਾਰਤ, ਜੈ ਭੀਮ ਜੈ ਭਾਰਤ। ਔਰ ਇਹ ਜੋ ਪ੍ਰਸ਼ੰਸਾ ਹੁਣ ਬੋਲੋ ਜੀ। ਨਾਰੀ ਸ਼ਕਤੀ ਮਿਸ਼ਨ ਅੰਬੇਡਕਰ ਕੋਟਕਲਾਂ ਵੱਲੋਂ ਚਲਾਇਆ ਜਾ ਰਿਹਾ ਹੈ, ਜਿਸ ਦੀ ਪ੍ਰਧਾਨ ਪ੍ਰਿਆ ਅੰਬੇਡਕਰ ਇਸ ਨੂੰ ਚਲਾ ਰਹੀ ਹੈ। ਇਹ ਰੇਣੂ ਮੈਡਮ ਦਾ ਹੌਸਲਾ ਅਫਜ਼ਾਈ ਕੀਤਾ ਔਰ ਅੱਗੇ ਤੋਂ ਵੀ ਉਹਨਾਂ ਨੂੰ ਪੂਰੀ ਮਦਦ ਦੇਣ ਦਾ ਆਸ਼ਵਾਸਨ ਦਿਵਾਇਆ। ਔਰ ਮੈਂ ਇੱਕ ਸੇਵਕ ਹੋਣ ਦੇ ਨਾਤੇ ਸਾਰੇ ਜੋ ਭਰਾਵਾਂ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਸਮੇਂ ਤੇ ਐਜੂਕੇਸ਼ਨ ਜੋ ਬੱਚਾ ਫ੍ਰੀ ਬਣ ਰਿਹਾ ਹੈ, ਅਸੀਂ ਉਸ ਦਾ ਹੌਸਲਾ ਅਫਜ਼ਾਈ ਕਰੀਏ, ਵੱਧ ਤੋਂ ਵੱਧ ਉਹਦੀ ਮਾਲੀ ਮਦਦ ਕਰ ਸਕੀਏ ਤਾਂ ਕਿ ਉਸ ਬੱਚੇ ਨੂੰ ਕਿਸੇ ਚੀਜ਼ ਦੀ ਇਸ ਦੇ ਵਿੱਚ ਔਕੜ ਨਾ ਆਵੇ। ਜੈ ਭੀਮ ਜੈ ਭਾਰਤ। आओ जी अगे आओ। इधर है ना। ਬਾਬਾ ਸਾਹਿਬ ਜੀ ਤੁਹਾਡੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ, ਭੀਮਾ ਤੇਰੀ ਸੋਚ ਤੇ ਪੈਰਾਂ ਦਿਆਂਗੇ ਠੋਕ ਕੇ। ਸੋ ਅੱਜ ਸਾਥੀਓ ਅਸੀਂ ਫਲਾਹੀ ਗੇਟ ਮਾਤਾ ਸਵਿਤਰੀ ਬਾਈ ਫੁੱਲੇ ਜੀ ਟਿਊਸ਼ਨ ਸੈਂਟਰ ਜਿਹੜੇ ਮੇਰੇ ਵੱਡੇ ਭੈਣ ਰੇਨੂ ਸੁਮਨ ਜੀ ਹੁਣੀ ਚਲਾ ਰਹੇ ਆ ਔਰ ਇਹਨਾਂ ਦੇ ਨਾਲ ਹੀ ਸਾਡੇ ਬਹੁਤ ਹੀ ਰਿਸਪੈਕਟਡ ਮੇਰੇ ਕੋਲ ਅਲਫਾਜ਼ ਹੈ ਨਹੀਂ, ਮੈਂ 2 ਲਾਈਨਾਂ ਹੀ ਬੋਲੂੰਗੀ ਇਹਨਾਂ ਦੇ ਲਈ ਕਿਉਂਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਆ। ਬਾਬਾ ਸਾਹਿਬ ਜੀ ਕਹਿੰਦੇ ਸੀ ਜਿਹੜਾ ਵੀ ਪੀਏਗਾ ਉਹ ਦਹਾੜੇਗਾ ਔਰ ਇੱਥੇ ਜਿਹੜਾ ਆ ਉਹ ਦੁੱਧ ਫ੍ਰੀ ਦੇ ਵਿੱਚ ਮਿਲ ਰਿਹਾ ਆ। ਔਰ ਮੈਂ ਇਸ ਮਹੱਲੇ ਦੇ, ਇਸ ਨਗਰ ਦੇ, ਇਸ ਸ਼ਹਿਰ ਦੇ ਜਿੰਨੇ ਵੀ ਬੱਚੇ ਆ, ਜਿੰਨੇ ਵੀ ਸਹਿਯੋਗੀ ਆ, ਦਾਨੀ ਸੱਜਣ ਆ, ਉਹਨਾਂ ਨੂੰ ਅਪੀਲ ਕਰੂੰਗੀ ਕਿ ਤੁਸੀਂ ਇੱਕ ਵਾਰ ਇੱਥੇ ਜ਼ਰੂਰ ਵਿਜ਼ਿਟ ਕਰੋ, ਇੱਥੇ ਆ ਕੇ ਦੇਖੋ। ਔਰ ਮੈਂ ਵੀ ਅੱਜ ਇੱਥੇ ਫਸਟ ਟਾਈਮ ਆਈ ਆ। ਮੈਂ 2 ਲਾਈਨਾਂ ਦੇ ਨਾਲ ਹੀ ਇਹਨਾਂ ਦਾ ਧੰਨਵਾਦ ਕਰਨਾ ਚਾਹੂੰਗੀ ਕਿ ਕਦੇ ਡੋਲੀ ਨਾ ਘਬਰਾਵੀਂ ਨਾ ਹੱਥ ਕੱਟੜਵਾਦ ਦੇ ਆਮੀਨਾ, ਕਿਉਂਕਿ ਮੇਰੇ ਸਮਾਜ ਦੇ ਲੋਕੋਂ ਕੱਟੜ ਦਾ ਚਾਹੇ ਕਿਸੇ ਕੌਮ, ਚਾਹੇ ਕਿਸੇ ਧਰਮ, ਚਾਹੇ ਕਿਸੇ ਸਮਾਜ ਦੇ ਵਿੱਚ ਹੋਵੇ, ਕਿਉਂਕਿ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਰਿਪਰੈਜ਼ੈਂਟ ਕੀਤਾ ਕਿ ਇੱਥੇ ਦੂਸਰੀ ਕਾਸਟ ਦੇ ਬੱਚੇ ਵੀ ਆਉਂਦੇ ਆ। ਬਾਬਾ ਸਾਹਿਬ ਡਾਕਟਰ BR ਅੰਬੇਡਕਰ ਸਾਹਿਬ ਜੀ ਨੇ ਤਾਂ ਕਾਸਟਿਜ਼ਮ ਮਿਟਾਉਣ ਦੀ ਗੱਲ ਕੀਤੀ ਸੀ, ਜਿਹਦੇ ਉੱਤੇ ਬਖੂਬੀ ਇਹ ਜਿਹੜਾ ਆ ਪਹਿਰਾ ਦੇ ਰਹੇ ਆ। ਔਰ ਉਹਨਾਂ ਦਾ ਜਿਹੜਾ ਸਲੋਗਨ ਆ ਉਹਨਾਂ ਨੇ ਸਟਾਰਟਿੰਗ ਹੀ ਕੀਤੀ ਆ, ਪੜੋ ਜੁੜੋ ਤੇ ਸੰਘਰਸ਼ ਕਰੋ। ਔਰ ਉਸ ਬਾਬਾ ਸਾਹਿਬ ਜੀ ਦੇ ਸੋਚ ਦੇ ਉੱਤੇ ਇਹ ਪਹਿਰਾ ਦੇ ਰਹੇ ਆ ਕਿ ਕਦੇ ਡੋਲੀ ਨਾ ਘਬਰਾਵੀਂ ਨਾ ਹੱਥ ਕੱਟੜਵਾਦ ਦੇ ਆਵੀਂ ਨਾ, ਕੁੱਲੀਆਂ ਵਿੱਚ ਚਾਨਣ ਕਰਨਾ ਏ ਤੂੰ ਕਰਕੇ ਦੂਰ ਹਨੇਰਾ ਵੇ, ਸਾਨੂੰ ਬਹੁਤ ਮਾਣ ਹੈ ਤੇਰੇ ਤੇ ਸਾਡੀ ਕੌਮ ਦੇ ਬੱਬਰ ਸ਼ੇਰਾ ਵੇ, ਸਾਨੂੰ ਬਹੁਤ ਮਾਣ ਹੈ ਤੇਰੇ ਤੇ ਸਾਡੀ ਕੌਮ ਦੇ ਬੱਬਰ ਸ਼ੇਰਾ ਵੇ। ਕਿਉਂਕਿ ਮੇਰੀ ਭੈਣ ਕਿਸੇ ਸ਼ੇਰ ਤੋਂ ਘੱਟ ਨਹੀਂ ਹੈਗੀ। ਉਹ ਕੰਮ ਇਹਨਾਂ ਨੇ ਕਰਕੇ ਦਿਖਾਤਾ ਜਿਹੜੇ ਮਰਦ ਵੀ ਨਹੀਂ ਕਰਦੇ। ਔਰ ਮੇਰੇ ਇਹ ਵੀਰ ਜੀ ਜਿਨ੍ਹਾਂ ਦੇ ਬਾਰੇ ਮੈਂ ਪਹਿਲੀ ਵਾਰੀ ਇੱਥੇ ਵਿਜ਼ਿਟ ਕੀਤਾ ਔਰ ਮੈਨੂੰ ਜਾਣ ਕੇ ਇੰਨੀ ਖੁਸ਼ੀ ਵੀ ਹੋਈ ਔਰ ਹੈਰਾਨੀ ਵੀ ਹੋਈ। ਅਸੀਂ ਕਹਿੰਦੇ ਅਸੀਂ ਬਾਬਾ ਸਾਹਿਬ ਦੀ ਮੂਵਮੈਂਟ ਲਈ ਬਹੁਤ ਕੁਝ ਕੀਤਾ, ਅਸੀਂ ਸਾਹਿਬ ਜੀ ਦੇ ਮਿਸ਼ਨ ਦੇ ਲਈ ਬਹੁਤ ਕੁਝ ਕੀਤਾ। ਸਾਥੀਓ ਆਪਣਾ ਘਰ-ਬਾਰ ਬਣਾ ਕੇ ਮੈਂ ਤੁਹਾਨੂੰ ਜਿਹੜਾ ਪੂਰਾ ਆ ਉਹ ਵੀ ਸਾਰਾ ਵਿਜ਼ਿਟ ਕਰਵਾਉਂਗੀ। ਘਰ-ਬਾਰ ਬਣਾ ਕੇ ਉਹਨੂੰ ਮਿਸ਼ਨ ਦੇ ਉੱਤੋਂ ਕੁਰਬਾਨ ਕਰ ਦਿੱਤਾ। ਇਹ ਇਹਨਾਂ ਨੇ ਆਪਣੀ ਇੱਕ ਇਮਾਰਤ, ਹਰ ਇੱਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਚੰਗਾ ਕਾਰੋਬਾਰ ਹੋਵੇ, ਚੰਗਾ ਘਰ-ਬਾਰ ਹੋਵੇ, ਲੇਕਿਨ ਮੈਂ ਕਹਿੰਦੀ ਇਸ ਵੀਰ ਨੂੰ ਸਲੂਟ ਹੈ ਜਿਨ੍ਹਾਂ ਨੇ ਆਪਣਾ ਘਰ ਬਣਾ ਕੇ ਉਹਨੂੰ ਡੋਨੇਟ ਹੀ ਕਰ ਦਿੱਤਾ ਟਿਊਸ਼ਨ ਸੈਂਟਰ ਦੇ ਲਈ। ਔਰ ਇੱਥੇ ਰੋਜ਼ਾਨਾ ਹੀ ਜਿਹੜੇ ਆ ਸਵੇਰੇ ਸ਼ਾਮ ਬਹੁਤ ਸਾਰੇ ਬੱਚੇ ਜਿਹੜੇ ਆ ਬਾਬਾ ਸਾਹਿਬ ਜੀ ਦਾ ਉਹ ਸ਼ੇਰਨੀ ਦਾ ਜਿਹੜਾ ਦੁੱਧ ਪੀਂਦੇ ਆ, ਇੱਥੋਂ ਆ ਕੇ ਸਿੱਖਿਆ ਪ੍ਰਾਪਤ ਕਰਦੇ ਆ। ਸੋ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਉਹਨਾਂ NRI ਵੀਰਾਂ ਦਾ ਵੀ ਜਿਹੜੇ ਪ੍ਰਦੇਸ਼ਾਂ ਦੀ ਧਰਤੀ ਤੇ ਰਹਿ ਕੇ ਵੀ ਪੇ ਬੈਕ ਟੂ ਸੁਸਾਇਟੀ ਕਰ ਰਹੇ ਆ, ਚਾਹੇ ਉਹ ਪੈਸੇ ਭੇਜ ਕੇ ਕਰ ਰਹੇ, ਚਾਹੇ ਬੁੱਕਸ ਭੇਜ ਕੇ ਕਰ ਰਹੇ ਆ। ਕਿਉਂਕਿ ਅੱਜ ਤੋਂ ਥੋੜਾ ਕੁ ਸਮਾਂ ਪਹਿਲਾਂ ਵੀ ਪਾਵਰ ਇਨ ਐਜੂਕੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਰਜਿਸਟਰਡ ਇਨ USA ਵੱਲੋਂ ਵੀ ਇੱਥੇ ਜਿਹੜਾ ਬੱਚਿਆਂ ਨੂੰ ਬੁੱਕਸ ਦਿੱਤੀਆਂ ਗਈਆਂ ਸੀਗੀਆਂ। ਹਰਪ੍ਰੀਤ ਸੁਮਨ ਭਾਜੀ ਹੁਣੀ, ਲੱਕੀ ਪੌਲ ਭਾਜੀ ਹੁਣੀ। ਔਰ ਉਸ ਤੋਂ ਬਾਅਦ ਦੀਦੀ ਹੁਣਾਂ ਨੇ ਕੰਟੈਕਟ ਕੀਤਾ ਸੀਗਾ ਸਾਡੇ ਬਹੁਤ ਹੀ ਰਿਸਪੈਕਟਡ ਅਮਰਜੀਤ ਵਿਰਦੀ ਜੀ ਹੁਣੀ ਸੋਫੀ ਪਿੰਡ ਤੋਂ, BSP ਸਪੋਰਟਰ UK ਤੋਂ। ਕਿਉਂਕਿ ਆਏ ਦਿਨ ਸਾਥੀਓ ਉਹ ਸਮਾਜ ਦੇ ਜਿੱਥੇ ਵੀ ਉਹਨਾਂ ਨੂੰ ਲੱਗਦਾ ਆ ਉਹ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਆ। ਔਰ ਉਹਨਾਂ ਨੇ ਮੇਰਾ ਇੱਥੇ ਮੈਨੂੰ ਭੇਜਿਆ ਸੀਗਾ। ਇੱਥੇ ਜਿਹੜੇ ਪੜ੍ਹਾ ਰਹੇ ਆ ਦੀਦੀ ਹੁਣੀ, ਉਹਨਾਂ ਦੀ 1 ਮਹੀਨੇ ਦੀ ਜਿਹੜੀ ਤਨਖਾਹ ਆ ਸਾਥੀਓ ਬਹੁਤ ਵੱਡੀ ਗੱਲ ਆ ਕਿ ਆਪਣਾ ਸਮਾਂ ਦੇਣਾ। ਔਰ ਇਹ ਤਾਂ ਮਤਲਬ ਇਹਨਾਂ ਨੇ ਤਾਂ ਟੋਟਲੀ ਫ੍ਰੀ ਦੇ ਵਿੱਚ ਇਹ ਕਰ ਰਹੇ ਆ। ਅਸੀਂ ਅੱਜ ਅਗਰ ਕਹੀਏ ਕਿ ਅਸੀਂ ਫ੍ਰੀ ਦੇ ਵਿੱਚ 1 ਦਿਨ ਵੀ ਕਿਸੇ ਨੂੰ ਦੇ ਦਈਏ ਤਾਂ ਬਹੁਤ ਮੁਸ਼ਕਲ ਹੁੰਦਾ ਆ। ਔਰ ਇਹ ਪਿਛਲੇ 12-13 ਸਾਲਾਂ ਤੋਂ ਇੱਥੇ ਟਿਊਸ਼ਨ ਸੈਂਟਰ ਇਹਨਾਂ ਨੇ ਖੋਲ੍ਹਿਆ ਆ ਔਰ ਬੱਚਿਆਂ ਨੂੰ ਦੇ ਰਹੇ ਐਜੂਕੇਸ਼ਨ। ਮੇਰੇ ਲਈ ਤਾਂ ਮਤਲਬ ਅਲਫਾਜ਼ ਹੈ ਨਹੀਂ ਕਿੰਨਾ ਅਲਫਾਜ਼ਾਂ ਦੇ ਨਾਲ ਇਹਨਾਂ ਦਾ ਧੰਨਵਾਦ ਕਰਾਂ। ਮੈਂ ਇਸ ਟਾਈਮ ਆਪਣੇ ਫੇਸਬੁੱਕ ਦੇ ਮਾਧਿਅਮ ਤੋਂ ਆਪਣੇ ਚੈਨਲ ਤੋਂ ਲਾਈਵ ਹੋਣ ਦਾ ਮੇਰਾ ਮਕਸਦ ਇਹੀ ਆ ਸਾਥੀਓ
ਕਿ ਅਸੀਂ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਦਿੰਦੇ ਆ ਜਿਨ੍ਹਾਂ ਦੀ ਸਾਨੂੰ ਲੋੜ ਨਹੀਂ ਹੁੰਦੀ ਸਮਾਜ ਦੇ ਵਿੱਚ। ਬਹੁਤ ਜਗ੍ਹਾ ਤੇ ਇਹੋ ਜਿਹਾ ਪੈਸਾ ਖਰਚ ਕਰ ਦਿੰਦੇ ਆ ਜਿਹੜਾ ਬੇਅਰਥ ਹੁੰਦਾ ਆ। ਉਹ ਜਿਹੜਾ ਪੈਸਾ ਆ ਤੁਸੀਂ ਐਜੂਕੇਸ਼ਨ ਤੇ ਖਰਚੋ, ਕਿਉਂਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਆ। ਅੱਜ ਅਸੀਂ ਇਕੱਠੇ ਹੋ ਕੇ ਬਾਬਾ ਸਾਹਿਬ ਜੀ ਦੇ ਨਾਂ ਦੇ ਨਾਅਰੇ ਲਾ ਰਹੇ ਹਾਂ, ਲੇਕਿਨ ਮਨੂਵਾਦੀ ਸਰਕਾਰਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਇਹ ਜਿਹੜੇ ਹੱਕ ਔਰ ਹਕੂਕ ਵੀ ਖੋਲਣੇ, ਬਿਕੋਜ਼ ਆਫ ਐਜੂਕੇਸ਼ਨ ਇਜ਼ ਦਾ ਮੋਸਟ ਇੰਪੋਰਟੈਂਟ ਵੈਪਨ ਜਿਹਦੇ ਨਾਲ ਤੁਸੀਂ ਮਨੂਵਾਦੀਆਂ ਬੱਖੀਆਂ ਉਧੇੜ ਸਕਦੇ ਆ। ਔਰ ਉਹ ਕੰਮ ਜਿਹੜਾ ਆ ਇੱਥੇ ਹੋ ਰਿਹਾ ਆ। ਇੱਥੇ ਅਸੂਲਾਂ, ਛੋਟੀਆਂ ਅਸੂਲਾਂ ਤਿਆਰ ਹੋ ਰਹੀਆਂ ਆ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਬਰੂਦ ਬਣ ਕੇ ਬਾਬਾ ਸਾਹਿਬ ਜੀ ਦਾ ਮਿਸ਼ਨ ਘਰ ਘਰ ਤੱਕ ਪਹੁੰਚਾਉਣਗੇ। ਸੋ ਸਾਡੇ ਰਿਸਪੈਕਟਡ ਅਮਰਜੀਤ ਵਿਰਦ ਯੂਕੇ ਜੀ ਹੁਣਾਂ ਨੇ ਕੁਝ ਪਾਇਆ ਭੇਜੀ ਆ ਤੇ ਉਹ ਜਿਹੜੀ ਆ ਮੈਂ ਇਹਨਾਂ ਤੱਕ ਇਹਨਾਂ ਨੂੰ ਦੇ ਦਿੱਤੀ ਆ। ਤੇ ਮੈਂ ਇਹਨਾਂ ਦੀ ਪੂਰੀ ਟੀਮ ਨੂੰ ਇਸ ਗੱਲ ਦਾ ਭਰੋਸਾ ਦਿਵਾਉਂਦੀ ਆ ਕਿ ਸਾਡੇ ਵੱਲੋਂ ਇਹ ਪੂਰੀ ਕੋਸ਼ਿਸ਼ ਹੋਊਗੀ ਕਿ ਅਸੀਂ ਹਰੇਕ ਮਹੀਨੇ ਜਿਹੜੇ ਵੀ ਇੱਥੇ ਸਿਸਟਰ ਪੜ੍ਹਾਉਂਦੇ ਆ ਉਹਨਾਂ ਦਾ ਜਿਹੜਾ ਤਨਖਾਹ ਆ ਉਹ ਅਸੀਂ ਕਿਸੇ ਇੱਕ ਸਾਥੀ ਦੀ ਡਿਊਟੀ ਲਾਈਏ, ਚਾਹੇ ਉਹ ਯੂਕੇ ਤੋਂ ਹੋਣ, ਚਾਹੇ ਅਮਰੀਕਾ ਤੋਂ ਹੋਣ, ਜਿੱਥੋਂ ਵੀ, ਇਟਲੀ ਤੋਂ ਹੋਣ, ਜਿੱਥੇ ਵੀ ਉਹ ਸਾਥੀ ਹੋਣ, ਉਹ ਸਾਥੀਓ ਅਸੀਂ ਜ਼ਿੰਮੇਵਾਰੀ ਲਵਾਂਗੇ ਜਿਹੜੇ ਹਰ ਮਹੀਨੇ ਇੱਥੇ ਬੱਚਾ ਸਿਸਟਰ ਜਿਹੜੇ ਆਉਂਦੇ ਆ ਉਹਨਾਂ ਨੂੰ ਜਿਹੜਾ ਆ ਉਹ ਤਨਖਾਹ ਦੇ ਸਕਣ। ਸੋ ਮੈਂ ਥੈਂਕਸ ਕਰਦੀ ਬਹੁਤ ਅਮਰਜੀਤ ਸਰ ਉਹਨਾਂ ਦਾ, ਜਿਨ੍ਹਾਂ ਨੇ ਮੈਨੂੰ ਏਡੀ ਵੱਡੀ ਹੈਲਪ ਕੀਤੀ। ਉਹਨਾਂ ਨੇ ਇਹ ਵੀ ਗੱਲ ਕਹੀ, ਕੋਈ ਨਹੀਂ ਅਸੀਂ ਗਾਹਾਂ ਵੀ ਕੋਈ ਵੀ ਹੈਲਪ ਦੀ ਲੋੜ ਪਏ ਤੈਨੂੰ ਅਸੀਂ ਖੜੇ ਆ, ਵੀ ਅਸੀਂ ਇੱਦਾਂ ਦੇ ਮਿਸ਼ਨਰੀ ਆ, ਪਿੱਛੇ ਹਟਣ ਵਾਲੇ ਨਹੀਂ ਹੈਗੇ ਕਿਸੇ ਦੀ ਗੱਲ ਸੁਣ ਕੇ, ਅਸੀਂ ਤੇਰੇ ਨਾਲ ਆ। ਮੈਂ ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੀ। ਉਹਨਾਂ ਦੇ ਬੇਟਾ ਜੀ ਆਏ ਆ, ਪ੍ਰਿਆ ਮੈਡਮ ਜੀ ਆਏ ਆ, ਤੇ ਪਾਵਰ ਇਨ ਐਜੂਕੇਸ਼ਨ ਦਾ ਸਭ ਤੋਂ ਪਹਿਲਾਂ ਮੇਰਾ ਥੈਂਕਸ ਬਣਦਾ, ਕਿਉਂਕਿ ਸਭ ਤੋਂ ਪਹਿਲੀ ਫਸਟ ਸਪੋਰਟ ਮੈਨੂੰ ਉਹਨਾਂ ਦੀ ਮਿਲੀ ਸੀ ਬੁੱਕਸ ਨੂੰ ਲੈ ਕੇ। ਜਦੋਂ ਮੈਂ ਇੰਨਾ ਡੋਲ ਗਈ ਸੀ, ਮੈਨੂੰ ਕੁਝ ਸਮਝ ਨਹੀਂ ਆਉਂਦੀ ਸੀ, ਉਹਨਾਂ ਨੇ ਮੇਰੀ ਹੈਲਪ ਕੀਤੀ ਆ। ਰੀਦੀ ਮੈਡਮ ਉਹਨਾਂ ਨੇ ਹੈਲਪ ਕੀਤੀ ਆ, ਉਹਨਾਂ ਦੇ ਮੰਮਾ ਜੀ ਆਏ ਹੋਏ ਨੇ, ਉਹਨਾਂ ਦਾ ਥੈਂਕਸ ਕਰਦੀ ਆ। ਪ੍ਰਿਆ ਅੰਬੇਦਕਰ ਮੈਡਮ ਦਾ ਮੈਂ ਬਹੁਤ ਦਿਲੋਂ ਥੈਂਕਸ ਕਰਦੀ ਆ। ਆਸ਼ਾ ਮੈਡਮ ਦਾ ਵੀ ਥੈਂਕਸ ਕਰਦੀ, ਜਿਹੜੇ ਮੇਰੇ ਨਾਲ ਹਰ ਟਾਈਮ ਖੜੇ ਹੋ ਜਾਂਦੇ ਆ। 2 ਦਿਨ ਪਹਿਲੇ ਹੀ ਆ ਗਏ, ਮੈਨੂੰ ਬੜੀ ਖੁਸ਼ੀ ਹੋਈ। ਉਹਨਾਂ ਨੂੰ ਇੰਨੀ ਟੈਨਸ਼ਨ ਹੁੰਦੀ ਆ ਮੇਰੀ, ਜਦੋਂ ਮੈਂ ਕਾਲ ਕਰ ਦੇਵਾਂ ਉਹ ਉਸੇ ਟਾਈਮ ਇੱਥੇ ਆ ਜਾਂਦੇ ਆ। ਬਿੱਟਾ ਸਰ ਹੋਣੀ ਜਿਨ੍ਹਾਂ ਦੀ ਸਪੋਰਟ ਨਾਲ ਮੈਂ ਅੱਜ ਟੀਚਰ ਬਣੀ ਆ, ਕਿਉਂਕਿ ਮੈਂ ਟੀਚਰ ਬਣਨਾ ਹੀ ਨਹੀਂ ਸੀ ਜੇ ਉਹ ਮੈਨੂੰ ਨਾ ਟਿਊਸ਼ਨ ਪੜ੍ਹਾਉਣ ਤੇ ਲਾਉਂਦੇ। 10th ਕਲਾਸ ਤੋਂ ਬਾਅਦ ਮੈਂ ਟਿਊਸ਼ਨ ਸ਼ੁਰੂ ਕੀਤੀ। ਮੈਂ ਬਹੁਤ ਜ਼ਿਆਦਾ ਇਹਨਾਂ ਦਾ ਥੈਂਕਸ ਕਰਦੀ ਹਾਂ। ਅੱਜ ਮੈਂ ਟੀਚਰ ਬਣ ਕੇ ਖੜੀ, ਕਿਉਂਕਿ ਬਾਬਾ ਸਾਹਿਬ ਜੀ ਚਾਹੁੰਦੇ ਸੀ ਕਿ ਸਾਡੇ ਸਮਾਜ ਦੀਆਂ ਲੜਕੀਆਂ ਕੁਝ ਬਣਨ। ਜੇ ਮੈਂ ਟੀਚਰ ਬਣੀ ਉਹਨਾਂ ਦੇ ਸਦਕਾ ਬਣੀ ਆ, ਇਸ ਲਈ ਮੈਂ ਉਹਨਾਂ ਦਾ ਇਹ ਰੈਂਕ ਨਹੀਂ ਚੁਕਾ ਸਕਦੀ, ਇਸ ਲਈ ਮੈਂ ਬਹੁਤ ਥੈਂਕਸ ਕਰਦੀ। ਤੁਸੀਂ ਬੋਲੋ। ਨਿਰਮਲ ਭਾਜੀ ਉਹਨਾਂ ਦਾ, ਜਿਨ੍ਹਾਂ ਦਾ ਦੁਬਈ ਤੋਂ ਵੀ ਉਹਨਾਂ ਦਾ ਮੈਂ ਥੈਂਕਸ ਕਰਦੀ। ਇੱਕ ਮਿੰਟ ਦੁਬਾਰਾ ਬੋਲੋ, ਦੁਬਾਰਾ ਇਹੀ ਸ਼ਬਦ ਦੁਬਾਰਾ। ਨਿਰਮਲ ਭਾਜੀ ਹੁਣੀ ਦੁਬਈ ਤੋਂ ਜਿਨ੍ਹਾਂ ਨੇ ਸਾਨੂੰ ਹੈਲਪ ਭੇਜੀ ਆ, ਉਹਨਾਂ ਦਾ ਵੀ ਬਹੁਤ ਥੈਂਕਸ। ਉਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ, ਉਹਨਾਂ ਦਾ ਵੀ ਮੈਂ ਦਿਲੋਂ ਥੈਂਕਸ ਕਰਦੀ ਆ। ਉਹਨਾਂ ਨੇ ਵੀ ਸਾਡੀ ਬਹੁਤ ਵੱਡੀ ਹੈਲਪ ਕੀਤੀ ਆ। ਥੈਂਕਸ ਮੈਂ ਸਾਰੀ ਟੀਮ ਦਾ ਤੇ ਸਾਰੇ ਜਿੰਨੇ ਮਿਸ਼ਨਰੀ ਆਏ ਜਿਨ੍ਹਾਂ ਦਾ ਮੈਂ ਨਾਮ ਮੈਨੂੰ ਪਤਾ ਵੀ ਨਹੀਂ, ਉਹਨਾਂ ਦਾ ਵੀ ਥੈਂਕਸ ਕਰਦੀ ਹਾਂ। ਮੈਡਮ ਉਹਨਾਂ ਨੇ ਜਿਨ੍ਹਾਂ ਨੇ 1100 ਰੁਪਇਆ ਸਾਨੂੰ ਹੈਲਪ ਦੇ ਲਈ ਦਿੱਤਾ, ਉਹਨਾਂ ਦਾ ਵੀ ਬਹੁਤ ਥੈਂਕਸ। ਸਾਰੇ ਆਪਣਾ ਟਾਈਮ ਕੱਢ ਕੇ ਆਏ ਆ, ਮੈਨੂੰ ਹੌਸਲਾ ਮਿਲਿਆ। ਮੈਂ ਚਾਹੁੰਦੀ ਜਿੰਨੇ ਇਸ ਟਾਈਮ ਪ੍ਰੈਜ਼ੈਂਟ ਆ, ਇਹ ਮੇਰੇ ਲਈ ਮੰਥ ਦੇ ਵਿੱਚ ਆਪਣਾ ਇੱਕ ਕੀਮਤੀ ਟਾਈਮ ਪਲੀਜ਼ ਸਭ ਤੋਂ ਜ਼ਿਆਦਾ ਲੇਡੀਜ਼ ਨੂੰ ਮੇਰੇ ਲਈ ਅਪੀਲ ਆ ਕਿ ਉਹ ਜ਼ਰੂਰ ਆਇਆ ਕਰਨ, ਆਪਣੇ 15-20 ਮਿੰਟ ਮੇਰੇ ਬੱਚਿਆਂ ਨੂੰ ਦੇਣ, ਮੇਰੇ ਬੱਚਿਆਂ ਨੂੰ ਪਤਾ ਲੱਗਣ। ਜੈ ਭੀਮ। ਹਾਂਜੀ, ਬੋਲਣ ਤੋਂ ਪਹਿਲਾਂ ਮੈਂ ਇੱਕ ਗੱਲ ਚਾਹੁੰਦਾ ਕਿ ਪੜ੍ਹਾਈ ਗੇਟ ਦੇ ਵਿੱਚ ਅੰਬੇਡਕਰੀ ਸਾਡੇ ਬਹੁਤ ਆ, ਬਾਹਰ ਵੀ ਖਬਰਾਂ ਹੁੰਦੀਆਂ ਆ, ਪਰ ਉਹ ਆਪਣੇ ਆਪ ਹੀ ਅੰਬੇਡਕਰੀ ਆ ਤੇ ਘਰ ਦੀਆਂ ਔਰਤਾਂ ਨੇ ਇਕੱਠੇ ਬਾਹਰ ਆਈਆਂ। ਮੈਂ 2 ਸ਼ਬਦ ਕਹਿਣਾ ਚਾਹੂੰਗਾ, ਪਰ ਉਹਨਾਂ ਨੂੰ ਨਾਲ ਲੈ ਕੇ ਜਿਹੜੀਆਂ ਕੁੜੀਆਂ ਇੱਥੇ ਪ੍ਰੈਜ਼ੈਂਟ ਆ ਤੇ ਜਿਹੜੀਆਂ ਹਰ ਪ੍ਰੋਗਰਾਮ ਤੇ ਜਾਂਦੀਆਂ ਆ ਕੇ ਤਾਲੀ ਉਹਦੀ ਇੱਥੇ ਆ ਨਹੀਂ ਕੋਈ ਅਭੀ ਆਓ ਆ ਜਾਓ ਕੁੜੀਆਂ ਨਿਕਲਦੀਆਂ ਤਾਂ ਇਹ ਏਕਾ ਕੇਂਦਰਾ, ਇਹ ਉਹ ਲੇਡੀਜ਼ ਆ, ਕੁੜੀਆਂ ਆ ਜਿਹੜੀਆਂ ਜਦੋਂ ਵੀ ਕਿਤੇ ਪ੍ਰੋਗਰਾਮ ਹੁੰਦਾ ਆ ਇਹ ਸਾਡੇ ਨਾਲ ਹਰੇਕ ਜਗ੍ਹਾ ਪਹੁੰਚਦੀਆਂ ਆ। ਜਦੋਂ ਅਸੀਂ 10-15 ਸਾਲ ਪਹਿਲਾਂ ਇਹ ਟਿਊਸ਼ਨ ਸੈਂਟਰ ਸ਼ੁਰੂ ਕੀਤਾ, ਸਾਡੇ ਕੋਲ ਆਪਣੀ ਜਗ੍ਹਾ ਨਹੀਂ ਸੀ, ਕੋਈ ਕੁਛ ਨਹੀਂ ਸੀਗਾ। ਮੇਰਾ ਇੱਕ ਸ਼ੁਰੂ ਤੋਂ ਹੀ ਰਿਹਾ ਆ ਕਿ ਮੈਂ ਸਾਂਝੀ ਜਗ੍ਹਾ 'ਤੇ ਕੋਈ ਕੰਮ ਨਹੀਂ ਕਰਦਾ। ਸਾਂਝੀ ਜਗ੍ਹਾ 'ਤੇ ਕੀ ਹੁੰਦਾ ਆ ਬੱਚਿਆਂ ਨੇ ਇੱਥੇ ਖਲਾਰਾ ਪਾਤਾ, ਬੱਚੇ ਇੱਧਰ ਬਾਥਰੂਮ 'ਚ ਵੜ ਗਏ ਆ, ਇੱਦਾਂ ਦੀਆਂ ਚੀਜ਼ਾਂ। ਅਸੀਂ ਰੇਨੂ ਤੋਂ 10ਵੀਂ ਪਾਸ ਸੀਗੀ ਤੇ ਰੇਨੂ ਨੇ ਮੇਰੇ ਨਾਲ ਛੋਟੇ ਬੱਚੇ ਪੜ੍ਹਾਉਣੇ ਸ਼ੁਰੂ ਕੀਤੇ। ਹੌਲੀ ਹੌਲੀ ਰੇਨੂ ਨੇ +2 ਕੀਤੀ, BA ਕੀਤੀ। ਅਸੀਂ ਕਿਰਾਇਆ ਤੇ ਲੈ ਕੇ ਘੱਟੋ ਘੱਟ ਰੇਨੂ ਕਿਤੇ 10 ਸਾਲ ਪੜ੍ਹਾਇਆ, 8-9 ਸਾਲ ਅਸੀਂ ਕਿਰਾਏ ਤੇ ਪੜ੍ਹਾਇਆ। ਉਸ ਤੋਂ ਬਾਅਦ ਅਸੀਂ ਆਹ ਛੋਟਾ ਜਿਹਾ ਉਪਰਾਲਾ ਕੀਤਾ, ਇਹ ਬਣਾਇਆ ਤੇ ਇਹ ਅਸੀਂ ਚਾਹੁੰਦੇ ਸੀ ਵੀ ਜਿਹੜਾ ਜਿਸ ਕੰਮ ਲਈ ਬਣਾਇਆ ਨਾ ਇਹ ਉਸੇ ਕੰਮ ਲਈ ਵਰਤਿਆ ਜਾਵੇ। ਦੂਜੀ ਗੱਲ ਰਹੀ ਬੱਚਿਆਂ ਦੀ ਪੜ੍ਹਾਈ ਦੀ, ਤੁਸੀਂ ਯਕੀਨ ਮੰਨੋਗੇ ਸਾਡੇ ਇੱਥੇ 95% ਲੈ ਕੇ ਬੱਚੇ ਵੀ 10ਵੀਂ 'ਚੋਂ ਪਾਸ ਹੋਏ ਆ। ਮੈਂ ਮੈਥ ਤੇ ਸਾਇੰਸ ਪੜ੍ਹਾਉਂਦਾ ਆ
ਰੇਨੂ ਇੰਗਲਿਸ਼ ਤੇ SST ਪੜ੍ਹਾਉਂਦੀ ਆ। 95% ਲੈ ਕੇ ਬੱਚੇ ਵੀ ਪਾਸ ਹੋਏ ਆ। ਤੁਸੀਂ ਹੈਰਾਨ ਹੋਵੋਗੇ। ਦੂਜੀ ਗੱਲ ਤੇ ਕਿ ਇੱਕ ਅੱਜ ਤੋਂ 4 ਸਾਲ ਪਹਿਲਾਂ ਰਿਜ਼ਲਟ ਲੇਟ ਹੋ ਗਿਆ। 12:30 ਵਜੇ ਰਿਜ਼ਲਟ ਦੇ ਹੋਇਆ ਸੀ 10th ਕਲਾਸ ਦਾ। 12:30 ਵਜੇ ਰਿਜ਼ਲਟ ਆਇਆ ਤੇ ਮੈਂ ਥੋੜਾ ਥੱਕ ਗਿਆ ਤੇ ਛੇਤੀ ਪੈ ਗਿਆ। ਇੱਕ ਬੱਚੇ ਦਾ ਫੋਨ ਆਇਆ, ਕਹਿੰਦਾ ਸਰ ਜੀ ਮੈਂ ਪਾਸ ਹੋ ਗਿਆ। ਮੈਂ ਉਹਨੂੰ ਕਿਹਾ ਕਾਕਾ ਜੇ ਤੂੰ ਪਾਸ ਹੋਇਆ ਨਾ ਸ਼ਹਿਰ 'ਚੋਂ ਕੋਈ ਫੇਲ ਨਹੀਂ ਹੋਇਆ ਹੋਣਾ। ਉਹ ਬੱਚਾ 3 ਦੇ ਨਾਲ ਤਕਸੀਮ ਕਰਨ ਜੋਗਾ ਨਹੀਂ ਸੀ ਤੇ ਜਿਹੜਾ ਬੱਚਾ ਸਾਡਾ 10ਵੀਂ ਵਿੱਚੋਂ ਪਾਸ ਹੋ ਗਿਆ। ਹੁਣ ਤੁਸੀਂ ਇਹ ਦੇਖ ਲਓ ਵੀ ਸਰਕਾਰਾਂ ਸਾਡੇ ਬੱਚਿਆਂ ਨਾਲ ਕੀ ਕਰਨਾ ਚਾਹੁੰਦੀਆਂ ਨੇ। ਪਰ ਅਸੀਂ ਇਹ ਚਾਹੁੰਦੇ ਸੀ ਵੀ ਸਰਕਾਰਾਂ ਜੋ ਮਰਜ਼ੀ ਕਰੀ ਜਾਣ, ਪਰ ਜੇ ਘੱਟੋ ਘੱਟ ਬੱਚੇ ਨੇ 10ਵੀਂ ਕੀਤੀ ਆ ਨਾ ਤਾਂ ਉਹ ਇੰਨਾ ਜੋਗਾ ਹੋਵੇ, ਉਹ ਸੱਚੀ 10ਵੀਂ ਕੀਤੀ ਆ, ਇੰਨਾ ਕੁ ਉਹਨੂੰ ਆਉਂਦਾ ਹੋਵੇ। ਰੇਨੂ ਦੀ ਗੱਲ ਦੱਸੀ ਆ ਵੀ ਅਸੀਂ ਕਦੀ ਕਿਤਾਬ ਲੈ ਕੇ ਨਹੀਂ ਪੜ੍ਹਾਉਣੇ। ਅਸੀਂ ਮੈਥ ਤੇ ਸਾਇੰਸ ਮੈਂ ਪੜ੍ਹਾਉਂਦਾ, ਰੇਨੂ ਤੇ ਇੰਗਲਿਸ਼ ਤੇ SST ਪੜ੍ਹਾਉਂਦੀ ਆ। ਐਜੂਕੇਸ਼ਨ ਦਾ ਬੇੜਾ ਗਰਕ ਕਰਤਾ ਆ। ਪਰ ਜੇ ਤੁਸੀਂ ਇਹਦੇ ਵੱਲ ਧਿਆਨ ਨਹੀਂ ਦੇਣਾ ਨਾ, ਜਲਸੇ ਮਜ਼ਾਰਿਆਂ ਵੱਲ ਧਿਆਨ ਦੇ ਗਏ, ਚੌਂਕ ਬਣਾਏ ਗਏ, ਬੁੱਤ ਲਾਈ ਗਏ, ਉਹਨਾਂ ਦੇ ਨਾਲ ਤਾਂ ਆਪਣਾ ਹੋਰ ਕੰਮ ਖਰਾਬ ਹੋਣਾ ਹੈ। ਜਿਹੜਾ ਕੰਮ ਕੁੜੀ ਨੇ ਕੀਤਾ ਆ, ਜਿਨ੍ਹਾਂ ਸਾਥੀਆਂ ਨੇ ਸਹਿਯੋਗ ਕਰ ਰਹੇ ਆ, ਮੈਂ ਉਹਨਾਂ ਦਾ ਬਹੁਤ ਹੀ ਦਿਲੋਂ ਧੰਨਵਾਦੀ ਹਾਂ। ਤੇ ਹੋਰ ਸਾਥੀਆਂ ਨੂੰ ਮੇਰੀ ਬੇਨਤੀ ਆ ਕਿ ਸਾਰੇ ਸਾਥੀ ਨਾ ਇਹ ਕੁੜੀ ਦਾ ਸਹਿਯੋਗ ਕਰੋ, ਕਿਉਂਕਿ ਇੱਕੋ ਇੱਕ ਸਾਡੇ ਮਹੱਲੇ ਚੋਂ ਕੀ ਪੂਰੇ ਸ਼ਹਿਰ ਦੇ ਵਿੱਚ ਇੱਕੋ ਇੱਕ ਕੁੜੀ ਇੱਦਾਂ ਦੀ ਆ ਜਿਹੜੀ ਨਿਰਸਵਾਰਥ ਹੋ ਕੇ ਕੰਮ ਕਰ ਰਹੀ ਆ। ਦੂਜਾ ਜਿਹੜਾ ਇਹ ਕੰਮ ਚੱਲਿਆ, ਇਹ ਜਦੋਂ ਸਾਡੇ ਨਾਲ ਆਸ਼ਾ ਭੈਣ ਜੀ ਨੇ ਸਹਿਯੋਗ ਕੀਤਾ, ਤੁਹਾਨੂੰ ਤਾਂ ਕਿਸੇ ਨੂੰ ਜਾਣਦੇ ਹੀ ਨਹੀਂ ਨਾ, ਤੁਸੀਂ ਸਾਨੂੰ ਜਾਣਦੇ ਹੋ। ਠੀਕ ਆ, ਅਸੀਂ ਇੱਥੇ ਅੰਦਰ ਬੈਠ ਕੇ ਪੜ੍ਹਾਈ ਜਾਂਦੇ ਸੀ। ਠੀਕ। ਤੇ ਦੂਜਾ ਥੋੜਾ ਕਿਤਾਬਾਂ ਦਾ ਬੱਚਿਆਂ ਨੂੰ ਦੇਣ ਦਾ ਚੱਲਿਆ, ਉਹ ਜਿਹੜਾ ਨਾ ਸੀ ਇਹ ਜਿਹੜਾ ਕੰਮ ਚੱਲਿਆ ਆ, ਸ਼ੁਰੂ ਹੋਇਆ ਆ, ਈਦ ਚੱਲੀ ਆ, ਅਸੀਂ ਆਪਣੇ ਵੱਲ ਕੁਛ ਕਰ ਨਹੀਂ ਸਕਦੇ ਕਿਉਂਕਿ ਟਾਈਮ ਦੇਈਏ ਜਾਂ ਪੈਸਾ ਦੇਈਏ। ਠੀਕ। ਜੇ ਹੁਣ ਇਹ ਕੁੜੀ 10 ਤੋਂ ਰਾਤ ਦੇ 9 ਵਜੇ ਤੱਕ ਪੜ੍ਹਾਉਂਦੀ ਆ, ਹੁਣੇ ਪੈਸਾ ਥੋੜ੍ਹਾ ਦੇ ਸਕਦੀ ਆਪਣੇ ਕੋਲ, ਜੇ ਟਾਈਮ ਦੇ ਸਕਦੀ ਆ ਤਾਂ ਇਹ ਜਿਹੜਾ ਜਿੰਨੇ ਵੀ ਜਿਹੜੀ ਫਾਈਨੈਂਸ਼ੀਅਲੀ ਹੈਲਪ ਹੋ ਰਹੀ ਆ, ਇਹ ਸਾਡੀ ਆਸ਼ਾ ਭੈਣ ਜੀ ਦੇ ਸਹਿਯੋਗ ਦੇ ਨਾਲ ਹੋ ਰਹੀ ਆ। ਠੀਕ। ਤੇ ਮੇਰਾ ਮਨ ਤਾਂ ਪੈਰੀ ਹੱਥ ਲਾਉਣ ਨੂੰ ਕਰਦਾ ਹੈ, ਵੱਡੇ ਆ ਵੀ ਲਾ ਵੀ ਦਈਏ, ਕੋਈ ਗੱਲ ਨਹੀਂ, ਹੈਗੇ ਤਾਂ ਸਾਡੇ ਵੱਡੇ ਆ, ਕਾਫੀ ਦੇਰ ਅਸੀਂ ਕੰਮ ਕੀਤਾ ਆ। ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ ਜਦੋਂ ਅਸੀਂ ਟਿਊਸ਼ਨਾਂ ਪੜ੍ਹਾਉਂਦੇ ਹੁੰਦੇ ਸੀ ਨਾ, ਸ਼ਾਇਦ ਤੁਹਾਨੂੰ ਹੈਰਾਨੀ ਹੋਊਗੀ ਇਸ ਗੱਲ ਦੀ ਕਿ ਮੈਂ 3 ਵਜੇ ਟਿਊਸ਼ਨ ਸੈਂਟਰ ਦੇ ਅੰਦਰ ਵੜ ਜਾਂਦਾ ਸੀ ਤੇ ਰਾਤ ਨੂੰ 10 ਵਜੇ ਨਿਕਲਦਾ ਸੀ ਤੇ ਮੈਂ 4 ਸਾਲ ਸੂਰਜ ਛਿਪਦਾ ਨਹੀਂ ਦੇਖਿਆ। 4 ਸਾਲ ਸੂਰਜ ਛਿਪਦਾ ਨਹੀਂ ਦੇਖਿਆ। ਅਸੀਂ ਸੰਡੇ ਵੀ ਛੁੱਟੀ ਨਹੀਂ ਕਰਦੇ ਸੀ। ਇੱਕ ਵਾਰੀ ਮੇਰੀ ਭੈਣ ਚੰਡੀਗੜ੍ਹ ਤੋਂ ਆਈ ਸੀ ਤੇ ਸ਼ਾਮ ਨੂੰ ਮੈਂ ਉਹਨਾਂ ਨਾਲ ਜਾਣਾ ਸੀ ਤੇ ਉਹਨਾਂ ਦੀ ਗੱਡੀ 'ਚ ਮੈਂ ਗਿਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਵੀ ਸ਼ਾਮ ਕਿੱਦਾਂ ਹੁੰਦੀ ਆ। ਅਸੀਂ ਇੰਨੀ ਮਿਹਨਤ ਕੀਤੀ ਆਪਣੇ ਇੱਥੇ ਬੱਚਿਆਂ ਦੇ ਲਈ ਤੇ ਅੱਜ ਤੁਸੀਂ ਦੇਖੋ, ਅੱਜ ਤਾਂ 2 ਜਣੇ ਸੀ, ਇੰਨਾ ਕੁਛ ਕਰ ਲਿਆ। ਅੱਜ ਆਪਾਂ ਪਤਾ ਨਹੀਂ ਕਿੰਨੇ ਜਾਣੇ ਆ। ਹੁਣ ਤਾਂ ਸਾਡੇ ਨਾਲ ਆਸ਼ਾ ਭੈਣ ਜੀ ਖੜ ਗਏ ਆ, ਕਿੰਦਰਾ ਤਾਂ ਸਾਡੇ ਨਾਲ ਪਹਿਲਾਂ ਹੀ ਸੀਗੀ। ਠੀਕ ਹੈ ਜੀ। ਤੇ ਮੈਨੂੰ ਲੱਗਦਾ ਵੀ ਹੁਣ ਇਹ ਕੰਮ ਅੱਗੇ ਤੋਂ ਅੱਗੇ ਜਾ ਹੀ ਜਾਣਾ ਹੈ। ਤੇ ਬਸ ਆਹ ਕੁੜੀ ਦਾ ਬੋਲੀ ਹੈ ਨਾ, ਏਦਾਂ ਦੀਆਂ 10 ਕੁੜੀਆਂ ਹੋਰ ਕਰ ਲਓ। ਜੈ ਭੀਮ, ਜੈ ਭਾਰਤ। जय भारत। सत्कारयोग साथियों, पढ़ो जुड़ो संघर्ष करो इंटरनेशनल NRI टीम ने भी इस बेटी के हौसले ਲਈ 7,500 रुपये भेजा है। मैं उन्होंने पढ़ो जुड़ो संघर्ष करो इंटरनेशनल NRI टीम का बहुत बहुत धन्यवाद करती हाँ जो उन्होंने मेरे माध्यम राही इन्हों पेमेंट भेजी है और मैं इन्हों वो पेमेंट इन्होंने सपोर्ट कर दी। जय भीम, जय भारत। बहुत बहुत थैंक्स पढ़ो जुड़ो संघर्ष इंटरनेशनल NRI टीम का बहुत बहुत दिलों थैंक्स करती हाँ जिन्हों तक मेरी आवाज़ पहुँची तो उन्होंने मेरी हेल्प भेजी। आशा मैडम उन्होंने बहुत बहुत थैंक्स करती हाँ कि मेरी इन्नी सपोर्ट सारे कर रहे हैं। अज मैंने इन्नी खुशी हो रही है मैं दस नहीं सकती हैगी क्योंकि पिछले मंथ तो मैं ट्यूशन से शुरुआत रोन लग गए सी कि कोई खड़ा ही नहीं हो रहा दसो टीचर के नाल। अज सारे मिशनरी है बहुत बहुत थैंक्स मेरा बहुत ज़्यादा। हाले तो शुरुआत हुई है, आने वाले टाइम ਦੇ ਵਿੱਚ ਤਾਂ ਸਾਂਭ ਨਹੀਂ ਹੋਣੀ। मैं प्रिया अंबेडकर, मैं समाज ਨੂੰ ਪੂਰੇ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਜਿੱਥੇ ਕੁੜੀਆਂ ਕੋਈ ਕੰਮ ਕਰਦੀਆਂ ਪਲੀਜ਼ ਅੱਗੇ ਹੋ ਕੇ ਖੜਿਆ ਕਰੋ ਕਿਉਂਕਿ ਤੁਹਾਡੇ ਖੜਨ ਨਾਲ ਉਹਨਾਂ ਦਾ ਹੌਸਲਾ ਵੱਧਦਾ ਆ।
ਠੀਕ ਹੈ ਨਹੀਂ? ਦੇਖੋ ਸਾਡੇ ਰੇਨੂ ਸਿਸਟਰ ਕਿੰਨਾ ਵਧੀਆ ਉਪਰਾਲਾ ਕਰ ਰਹੇ ਆ, ਅਸੀਂ ਪ੍ਰਾਊਡ ਕਰਦੇ ਆ ਇੱਦਾਂ ਦੀਆਂ ਭੈਣਾਂ ਤੇ ਜੋ ਪੜ੍ਹ ਲਿਖ ਕੇ ਦੂਜਿਆਂ ਨੂੰ ਟਾਈਮ ਦੇ ਰਹੀਆਂ। ਤੁਸੀਂ ਅਗਰ ਸਰਕਾਰਾਂ ਤੇ ਡਿਪੈਂਡ ਕਰਦੇ ਆ ਕਿ ਸਰਕਾਰਾਂ ਸਾਡੇ ਬੱਚਿਆਂ ਨੂੰ ਪੜ੍ਹਾਉਣਗੀਆਂ ਤੇ ਉਹ ਚੀਜ਼ਾਂ ਖਤਮ ਹੋ ਰਹੀਆਂ। ਠੀਕ ਹੈ, 2 ਸਾਲ ਤੋਂ ਤੁਸੀਂ ਦੇਖ ਰਹੇ ਆ ਕਿ ਬੱਚੇ ਆਨਲਾਈਨ ਘਰ ਪੜ੍ਹਾ ਰਹੇ ਹੋ, ਫੀਸਾਂ ਖਾ ਰਹੇ, ਕੀ ਹੋ ਰਿਹਾ ਸਾਡੇ ਸਮਾਜ ਵਿੱਚ। ਇਸ ਤਰ੍ਹਾਂ ਮੈਂ ਚਾਹੁੰਦੀ ਜਿੱਥੇ ਵੀ ਸਾਡੀ ਸਿਸਟਰ ਇਦਾਂ ਦੇ ਕੰਮ ਕਰਦੀ ਆ, ਪਲੀਜ਼ ਰਿਕੁਐਸਟ ਆ ਪੂਰੇ ਸਮਾਜ ਨੂੰ ਕਿ ਉਹਨਾਂ ਦੀ ਹੈਲਪ ਕਰੋ। ਮੈਂ ਜ਼ਿਆਦਾ ਨਾ ਕਹਿੰਦੇ ਹੋਏ ਜੈ ਭੀਮ ਜੈ ਭਾਰਤ। ਸੰਵਿਧਾਨ ਅੱਜ ਐਜੂਕੇਸ਼ਨ ਤੇ ਜਾਣੀ ਗੱਲ ਹੋ ਰਹੀ ਆ ਤਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਬੇਟੀ ਸਾਡੀ ਨਿਰਸਵਾਰਥ ਸੇਵਾ ਕਰ ਰਹੀ ਹੈ ਐਜੂਕੇਸ਼ਨ ਦੀ ਔਰ ਬੱਚਿਆਂ ਨੂੰ ਸਿੱਖਿਆ ਦੇ ਰਹੀ ਹੈ। ਬਾਬਾ ਸਾਹਿਬ ਦਾ ਸੁਪਨਾ ਸੀਗਾ ਵੀ ਪੜ੍ਹੋ ਜੁੜੋ ਤੇ ਸੰਘਰਸ਼ ਕਰੀਏ ਤੇ ਉਹ ਸੁਪਨੇ ਤੇ ਬੇਟੀ ਸਾਡੀ ਪੂਰੀ ਉਤਰ ਰਹੀ ਆ। ਇਸ ਬੇਟੀ ਤੇ ਪ੍ਰਾਊਡ ਮੈਂ ਫੀਲ ਕਰਦੀ ਬਹੁਤ ਜ਼ਿਆਦਾ। ਤੇ ਜਿਹੜੇ ਬਾਕੀ ਵੀ ਪਿੰਡਾਂ ਦੇ ਵਿੱਚ ਜਿੱਦਾਂ ਹੁਣ ਸਾਡੇ ਪਿੰਡ ਵੀ ਲਾਇਬ੍ਰੇਰੀ ਸੀਗੀ ਉਹ ਖੁੱਲੀ ਆ, ਮੇਰੀ ਬੇਟੀ ਬੱਚਿਆਂ ਨੂੰ ਪੜ੍ਹਾ ਰਹੀ ਆ ਉੱਥੇ ਵੀ। ਤੇ ਮੇਰੀ ਬੇਟੀ ਐਡਵੋਕੇਟ ਆ, ਉਹ ਹੁਣ ਫਰੀ ਸੀ ਜਿੱਦਾਂ ਤੇ ਉਹਨੇ ਵੀ ਲਾਇਬ੍ਰੇਰੀ ਦੁਬਾਰਾ ਖੋਲ੍ਹ ਕੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਆ। ਤੇ ਇਹ ਮਤਲਬ ਇਕੱਲੇ ਦਾ ਕੰਮ ਨਹੀਂ ਹੁੰਦਾ। ਜੇ ਕੋਈ ਕਵੇ ਨਾ ਵੀ ਅਸੀਂ ਇਕੱਲੇ ਹੀ ਕਰ ਲਵਾਂਗੇ, ਇਹ ਸਹਿਯੋਗ ਹੁੰਦਾ ਜੇ ਕੋਈ ਦੇਵੇ ਤਾਂ। ਹੁਣ ਰੇਨੂ ਮੈਡਮ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਵੀ ਪਿਛਲੇ ਮਹੀਨੇ ਹੀ ਇੰਨਾ ਕੁ ਮਤਲਬ ਇਹਨਾਂ ਦਾ ਮਨ ਭਰਿਆ ਸੀਗਾ, ਇਹਨਾਂ ਨੇ ਮੇਰੀ ਬੇਟੀ ਨੂੰ ਫੋਨ ਕੀਤਾ ਵੀ ਇਹਨਾਂ ਨੇ ਆਪਣੀ ਸਿਚੁਏਸ਼ਨ ਦੱਸੀ ਤੇ ਫਿਰ ਮੇਰੀ ਬੇਟੀ ਨੇ ਇਹਨਾਂ ਨੂੰ ਕਿਹਾ ਸੀ ਵੀ ਕੋਈ ਗੱਲ ਨਹੀਂ ਵੀ ਇਸ ਮਹੀਨੇ ਦੀ ਫੀਸ ਜਿਹੜੀ ਅਸੀਂ ਤੁਹਾਡੇ ਟੀਚਰ ਨੂੰ ਦੇਵਾਂਗੇ। ਤੇ ਫਿਰ ਇਹਨਾਂ ਨੂੰ ਮੈਂ ਘਰ ਸੱਦ ਕੇ ਇਹਨਾਂ ਨੂੰ ਅਸੀਂ ਇਹਨਾਂ ਦੀ ਹੈਲਪ ਕੀਤੀ ਆ। ਤੇ ਮੈਂ ਇਹ ਕਹਿੰਦੀ ਵੀ ਜੇ ਅਸੀਂ ਮਤਲਬ ਐਜੂਕੇਸ਼ਨ ਨੂੰ ਪ੍ਰਮੋਟ ਕਰਨਾ ਤਾਂ ਫਿਰ ਨਿਰਸਵਾਰਥ ਹੋ ਕੇ ਕਰੋ। ਇਹ ਨਾ ਦੇਖੋ ਵੀ ਉਹਦੇ ਲਈ ਅਸੀਂ ਨਹੀਂ ਖੜੇ ਹੋਣਾ, ਨਹੀਂ। ਐਜੂਕੇਸ਼ਨ ਜਿਹੜੀ ਹੈ ਸਾਡੀ ਨਹੀਂ, ਇਹ ਬਾਬਾ ਸਾਹਿਬ ਦਾ ਸੁਪਨਾ ਹੈ। ਸਾਨੂੰ ਬਾਬਾ ਸਾਹਿਬ ਦੇ ਸੁਪਨੇ ਤੇ ਪੂਰੇ ਉਤਰਨਾ ਚਾਹੀਦਾ ਆ। ਇਹਦੇ ਵਿੱਚ ਇੱਕ ਦੂਸਰੇ ਦੇ ਨਾਲ ਮਤਲਬ ਖਹਿਬਾਜ਼ੀ ਜਾਂ ਕਿੱਦਾਂ ਇਹ ਛੱਡਣੀਆਂ ਚਾਹੀਦੀਆਂ ਚੀਜ਼ਾਂ ਸਾਨੂੰ। ਜਿੱਥੇ ਵੀ ਐਜੂਕੇਸ਼ਨ ਦੀ ਗੱਲ ਹੋ ਰਹੀ ਉੱਥੇ ਡਟ ਕੇ ਖੜੇ ਹੋ ਜਾਓ। ਔਰ ਮੈਂ ਆਪਣੀ ਬੇਟੀ ਨੂੰ ਇੱਕ ਭਰੋਸਾ ਜ਼ਰੂਰ ਦਿਵਾਉਂਦੀ ਹਾਂ ਵੀ ਬੇਟੀ ਜੇ ਅੱਗੇ ਹੈਲਪ ਕੀਤੀ ਆ ਤਾਂ ਅੱਗੇ ਵੀ ਮੈਂ ਜਿੰਨੇ ਜੋਗੀ ਹੋਊਂਗੀ ਮੈਂ ਇਹਦੀ ਹੈਲਪ ਕਰੂੰਗੀ। ਸਾਡੀ ਬੇਟੀ ਬਹੁਤ ਵਧੀਆ ਕੰਮ ਕਰ ਰਹੀ ਆ ਔਰ ਮੈਂ ਬਾਕੀਆਂ ਨੂੰ ਵੀ ਇਹੀ ਅਪੀਲ ਕਰੂੰਗੀ ਵੀ ਜੇ ਆਪਾਂ ਲੇਡੀਜ਼ ਦਾ ਸਾਥ ਦੇਵਾਂਗੇ ਨਾ ਤਾਂ ਸਾਡਾ ਸਮਾਜ ਜਿਹੜਾ ਬਹੁਤ ਤਰੱਕੀ ਕਰ ਸਕਦਾ ਆ। ਅਸੀਂ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਦੀ ਬਜਾਏ ਉਹਦੇ ਬਰਾਬਰ ਖੜੇ ਹੋਈਏ ਤਾਂ ਕਿ ਜਿਹੜਾ ਸਾਡਾ ਸਮਾਜ ਹੈ, ਸਰਕਾਰਾਂ ਜਿਹੜੀਆਂ ਇਹੀ ਚਾਹੁੰਦੀਆਂ ਵੀ ਨਾ ਸਾਡੇ ਬੱਚੇ ਪੜ੍ਹਨ ਤੇ ਨਾ ਉਹਨਾਂ ਨੂੰ ਕੋਈ ਸੋਝੀ ਆਵੇ। ਕਿਉਂਕਿ ਜਿਹੜਾ ਗਿਆਨ ਹੁੰਦਾ ਇਹੀ ਪ੍ਰਸ਼ਨ ਨੂੰ ਪੁੱਟ ਕਰਨ ਦੀ ਹਿੰਮਤ ਦਿੰਦਾ ਹੈ ਜੇ ਅਸੀਂ ਪੜ੍ਹੇ ਲਿਖੇ ਹੋਵਾਂਗੇ ਤਾਂ। ਨਹੀਂ ਤਾਂ ਜਿੱਦਾਂ ਸਾਡੇ ਪੁਰਖੇ ਜਿਹੜੇ ਆ ਪਹਿਲਾਂ ਮਤਲਬ ਮਨੂਵਾਦੀ ਲੋਕ ਚਾਹੁੰਦੇ ਸੀ ਉਹਨਾਂ ਦੇ ਹਾਂਜੀ ਮੁੰਡੀ ਹਿਲਾ ਦਿੰਦੇ ਸੀ, ਅਸੀਂ ਉਹ ਨਾ ਬਣੀਏ। ਅਸੀਂ ਆਪਣਾ ਗਿਆਨ ਹਾਸਲ ਕਰਕੇ ਆਪਣੀ ਸੋਚ ਦੇ ਮੁਤਾਬਕ ਸੱਚੇ ਔਰ ਝੂਠੇ, ਸਹੀ ਔਰ ਗਲਤ ਦੀ ਪਹਿਚਾਣ ਕਰੀਏ। ਮੈਂ ਇੰਨਾ ਹੀ ਕਹਾਂਗੀ ਵੀ ਬੇਟੀ ਸਾਡੀ ਜੋ ਕੰਮ ਕਰ ਰਹੀ ਆ ਬਹੁਤ ਪ੍ਰਾਊਡਫੁਲ ਆ ਔਰ ਸਾਰਿਆਂ ਨੂੰ ਇਸ ਬੇਟੀ ਤੇ ਪ੍ਰਾਊਡ ਕਰਨਾ ਚਾਹੀਦਾ ਆ। ਕਿਉਂਕਿ ਪੈਸੇ ਨਾਲ ਮਦਦ ਕੀਤੀ ਜਾ ਸਕਦੀ ਆ। ਜਿਹੜਾ ਇਨਸਾਨ ਕਿਸੇ ਨੂੰ ਆਪਣਾ ਸਮਾਂ ਦਿੰਦਾ ਆ ਨਾ ਔਰ ਸਮਾਂ ਉਹ ਇੰਨਾ ਕਿ ਬੇਸ਼ਕੀਮਤੀ ਹੁੰਦਾ ਕਿ ਉਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ। ਇਹ ਬੇਟੀ ਸਾਡੀ ਬੱਚਿਆਂ ਤੇ ਜਿਹੜਾ ਸਮਾਂ ਲਾ ਰਹੀ ਆ ਇਹ ਵਧਾਈ ਦੀ ਪਾਤਰ ਆ ਔਰ ਇਹ ਤੇ ਪ੍ਰਾਊਡ ਕਰਨਾ ਚਾਹੀਦਾ ਸਾਰਿਆਂ ਨੂੰ। ਇਹਨਾਂ ਕਹਿੰਦੀ ਜੈ ਭੀਮ ਜੈ ਭਾਰਤ ਜੈ ਸਰਦਾਰ।